ਪ੍ਰਵਾਸੀ ਪਲੱਸ ਹੋਮ ਹੈਲਥ ਐਂਡ ਹੈਪੀਨੈਸ ਨਾਲ ਜੁੜ ਚੁੱਕੇ ਸਾਰੇ ਲਿਸਨਰਸ ਨੂੰ ਮੀਨਾਕਸ਼ੀ ਵੱਲੋਂ ਵੀ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ, ਵੈਲਕਮ ਕਰਦੇ ਹਾਂ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ। 26 ਅਪ੍ਰੈਲ ਦਾ ਪ੍ਰੋਗਰਾਮ ਸੋਮਵਾਰ ਨੂੰ ਲੈ ਕੇ ਮੈਂ ਸੈਣੀ ਸਾਹਿਬ ਦੇ ਨਾਲ ਤੁਹਾਡੇ ਵਾਸਤੇ ਹਾਜ਼ਰ ਹੋ ਚੁੱਕੀ ਹਾਂ। ਬਹੁਤ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਾਂਗੇ। ਵੈਦਰ ਦੀ ਅਪਡੇਟ ਦੇਈਏ, ਅੱਜ ਜ਼ਿਆਦਾਤਰ ਬਦਲਵਾਈ ਰਹਿਣੀ, ਧੁੱਪ ਹल्की फुल्की निकलेगी और हवा भी चलेगी और 4 डिग्री इसलिए तापमान जा चुका है। मैक्सिमम ਅੱਜ ਦਾ ਜਿਹੜਾ ਹੈ 10 डिग्री तक जाएगा और थोड़ी जिनी माइल्ड एयर हैगी है, पर कल ਨੂੰ 16 डिग्री हाई होएगा। कल धुप निकलेगी, थोड़े बदल भी होंगे। बुधवार ਨੂੰ ਫਿਰ 20 डिग्री हाई होएगा, धुप निकलेगी पर बारिश भी पेगी। ਵੀਰਵਾਰ ਨੂੰ ਫਿਰ 19 डिग्री हाई होएगा, पर ਵੀਰਵਾਰ ਨੂੰ ਦੁਬਾਰਾ ਜਿਹੜੀ ਹੈ ਬਾਰਿਸ਼ ਦੱਸੀ ਗਈ ਹੈ। ਜੁੜੇ ਹੋਏ ਤੁਸੀਂ ਪ੍ਰਵਾਸੀ ਪਲੱਸ ਦੇ ਨਾਲ। ਮੌਸਮ ਦੀ ਜਾਣਕਾਰੀ ਬੈਸਟ ਰੈਨੋਵੇਸ਼ਨ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ। ਸਮੋਸਾ ਐਂਡ ਸਵੀਟ ਫੈਕਟਰੀ ਤੁਹਾਡੇ ਇੰਨੇ ਸਾਲਾਂ ਦੇ ਸਾਥ ਤੇ ਵਿਸ਼ਵਾਸ ਲਈ ਧੰਨਵਾਦ ਕਰਦਾ ਹੈ। ਅੱਜ ਅਸੀਂ ਇਸ ਕਾਬਲ ਹਾਂ ਕਿ 500-1000 ਡੱਬੇ ਦਾ ਆਰਡਰ ਫਿਊ ਆਵਰਸ ਵਿੱਚ ਰੈਡੀ ਕਰਦੇ ਹਾਂ। ਸੋ ਆਰਡਰ ਛੋਟਾ ਹੋਵੇ ਜਾਂ ਵੱਡਾ, ਆਲਵੇਜ਼ ਰਿਮੈਂਬਰ ਪਿਓਰ ਵੈਜੀਟੇਰੀਅਨ, ਹਾਈਲੀ ਹਾਈਜੀਨਿਕ, HACCP and GMP certified. Samosa and Sweet Factory, 1850 Albion Road, Unit 6, Etobicoke. Call 416-241-2600 or 416-213-1165 or visit samosasweetfactory.com. ਕੈਨੇਡਾ ਵਿੱਚ ਸਾਡੀ ਹੋਰ ਕੋਈ ਲੋਕੇਸ਼ਨ ਨਹੀਂ, ਸੋ beware of ਜਿਹੜੇ ਨੰਬਰਸ ਨੇ ਥੋੜੇ ਜਿੰਨੇ 2 ਦਿਨਾਂ ਤੋਂ 4000 ਤੋਂ ਥੋੜੇ ਘਟੇ ਹੈਗੇ ਆ, ਪਰ ਹਸਪੀਟਲਸ ਦੇ ਵਿੱਚ ਨੰਬਰਸ ਲਗਾਤਾਰ ਵੱਧ ਰਹੇ ਨੇ। ਅੱਜ ਜਿਹੜੇ ਕੇਸਿਸ ਆਏ ਨੇ 3510 ਕੇਸਿਸ ਆਏ ਨੇ। ਪੋਜ਼ਿਟਿਵਿਟੀ ਰੇਟ ਜਿਹੜਾ ਹੈ ਤਕਰੀਬਨ 11% ਤੱਕ ਪਹੁੰਚ ਗਿਆ ਹੈ। ਕੱਲ ਕੇਸਿਸ ਸੀਗੇ 3947 ਔਰ ਪਰਸੋਂ ਸ਼ਨੀਵਾਰ ਨੂੰ ਸੀਗੇ 4094 ਕੇਸਿਸ। ਪਿਛਲੇ 24 ਘੰਟਿਆਂ ਦੇ ਵਿੱਚ 24 ਮੌਤਾਂ ਹੋ ਗਈਆਂ ਨੇ। ਟੈਸਟ ਬਹੁਤ ਘੱਟ ਕੀਤੇ ਗਏ ਨੇ, 33882 ਟੈਸਟ ਕੀਤੇ ਗਏ ਨੇ। ਐਕਟਿਵ ਕੇਸਿਸ ਦੀ ਗਿਣਤੀ ਵੀ ਥੋੜੀ ਕਰਕੇ ਘਟ ਰਹੀ ਹੈ। 40586 ਐਕਟਿਵ ਕੇਸਿਸ ਇਸ ਵੇਲੇ ਪ੍ਰੋਵਿੰਸ ਦੇ ਵਿੱਚ ਹੈਗੇ ਨੇ, ਜਿਹੜੇ ਕਿ ਇੱਕ ਹਫ਼ਤਾ ਪਹਿਲਾਂ 42863 ਸੀਗੇ। ਔਰ ਹਸਪੀਟਲਸ ਦੇ ਵਿੱਚ ਵੀ ਜੇ ਦੇਖੀਏ ਤੇ 2271 ਪੇਸ਼ੈਂਟਸ ਇਸ ਵੇਲੇ ਆਪਣੀ ਟ੍ਰੀਟਮੈਂਟ ਕਰਾ ਰਹੇ ਨੇ ਓਨਟਾਰੀਓ ਦੇ ਵਿੱਚ। ਔਰ ਰੈਕਡ ਤੋੜ 877 ਲੋਕ ਜਿਹੜੇ ਨੇ ਇਸ ਵੇਲੇ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਨੇ। 605 ਪੇਸ਼ੈਂਟਸ ਜਿਹੜੇ ਨੇ ਵੈਂਟੀਲੇਟਰ ਦੀ ਮਦਦ ਦੇ ਨਾਲ ਸਾਹ ਲੈ ਰਹੇ ਹੈਗੇ। ਔਰ ਟੋਰਾਂਟੋ ਦੇ ਵਿੱਚ 1015 ਕੇਸਿਸ ਆਏ ਨੇ, 909 ਕੇਸਿਸ ਆਏ ਨੇ। ਪੀਲ ਦੇ ਵਿੱਚ 391, ਯਾਰਕ ਦੇ ਵਿੱਚ 244 ਆਏ ਨੇ। ਡਰਹਮ ਰੀਜਨ ਦੇ ਵਿੱਚ 206, ਓਟਵਾ ਦੇ ਵਿੱਚ ਕੇਸਿਸ ਵੀ ਵੱਧ ਰਹੇ ਨੇ। ਔਰ ਓਨਟਾਰੀਓ ਦੇ ਜਿਹੜੇ ਪ੍ਰੀਮੀਅਰ ਨੇ ਡਫੋਰਡ, ਉਹਨਾਂ ਨੇ ਹੁਣੀ ਇਹ ਬੈਨ ਲਗਾਇਆ ਹੈ ਨਾਨ ਅਸੈਂਸ਼ੀਅਲ ਟਰੈਵਲ ਦੇ ਉੱਪਰ ਕੈਨੇਡਾ ਦੇ ਵਿੱਚ, ਕਿਉਂਕਿ ਜਿਹੜਾ B1617 ਵੇਰੀਐਂਟ ਹੈ ਉਸ ਦੇ ਕੁਝ ਕੇਸਿਸ ਜਿਹੜੇ ਹੈ ਉਹ ਪ੍ਰੋਵਿੰਸ ਦੇ ਵਿੱਚ ਆ ਚੁੱਕੇ ਨੇ। ਇਹ ਵੇਰੀਐਂਟ ਜਿਹੜਾ ਹੈ ਇੰਡੀਆ ਦੇ ਵਿੱਚ ਬੜੀ ਬੁਰੀ ਤਰ੍ਹਾਂ ਨਾਲ ਜਿਹੜਾ ਫੈਲ ਰਿਹਾ ਹੈ। 3,50,000 ਨਵੇਂ ਇਨਫੈਕਸ਼ਨ ਜਿਹੜੇ ਨੇ ਅੱਜ ਦੇ ਵਿੱਚ ਇੰਡੀਆ ਦੇ ਵਿੱਚ ਆਏ ਹੈਗੇ ਆ। ਇਸ ਕਰਕੇ ਵੀਰਵਾਰ ਨੂੰ ਫੈਡਰਲ ਸਰਕਾਰ ਨੇ ਟੈਂਪਰੇਰੀਲੀ ਜਿਹੜੀਆਂ ਫਲਾਈਟਸ ਨੇ ਇੰਡੀਆ ਔਰ ਪਾਕਿਸਤਾਨ ਤੋਂ ਕੈਨੇਡਾ ਨੂੰ ਆਉਣ ਵਾਲੀਆਂ ਸੀਗੀਆਂ, ਉਹਨਾਂ ਨੂੰ ਹਾਲਟ ਕਰ ਦਿੱਤਾ ਗਿਆ ਹੈ 30 ਦਿਨਾਂ ਵਾਸਤੇ। ਵੈਕਸੀਨ ਰੋਲ ਆਊਟ ਵੀ ਜਿਹੜਾ ਹੈ ਉਹ ਸਪੀਡ ਫੜ ਰਿਹਾ ਹੈ ਔਰ ਤਕਰੀਬਨ 30% ਲੋਕ ਜਿਹੜੇ ਓਨਟਾਰੀਓ ਦੇ ਨੇ ਉਹਨਾਂ ਨੂੰ ਹੁਣ ਤੱਕ ਇੱਕ ਡੋਜ਼ ਵੈਕਸੀਨ ਦੀ ਮਿਲ ਚੁੱਕੀ ਹੈ। ਵੈਕਸੀਨ ਜਿਹੜੀ ਹੈ ਲਗਾਤਾਰ ਪ੍ਰੋਵਿੰਸ ਦੇ ਵਿੱਚ ਹੁਣ ਆ ਰਹੇ ਨੇ ਔਰ ਤਕਰੀਬਨ 1 ਲੱਖ ਲੋਕ ਜਿਹੜੇ ਨੇ ਹਰ ਰੋਜ਼ ਜਿਹੜੇ ਵੈਕਸੀਨ ਲਗਵਾ ਸਕਿਆ ਕਰਨਗੇ, ਜਦੋਂ ਕਿ ਸਾਡੇ ਕੋਲ ਵੈਕਸੀਨਸ ਹੋਰ ਆ ਜਾਣਗੇ। ਤੇ ਕੱਲ ਦੇ ਵਿੱਚ 69,308 ਡੋਜ਼ਿਸ ਵੈਕਸੀਨ ਦੀਆਂ ਦਿੱਤੀਆਂ ਗਈਆਂ ਨੇ। ਹੁਣ ਤੱਕ ਓਨਟਾਰੀਓ ਦੇ ਵਿੱਚ 4.6 ਮਿਲੀਅਨ ਵੈਕਸੀਨਸ ਜਿਹੜੇ ਨੇ ਉਹ ਡੋਜ਼ਿਸ ਲੱਗ ਚੁੱਕੀਆਂ ਨੇ।
ਖਬਰ ਹੋਵੇ ਰਾਸ਼ਟਰੀ ਚਾਹੇ ਅੰਤਰਰਾਸ਼ਟਰੀ, ਹੋਵੇ ਤੁਹਾਡੇ ਦੇਸ਼ ਦੀ ਭਾਵੇਂ ਪਰਦੇਸ ਦੀ, ਸਹੀ ਅਤੇ ਸਟੀਕ ਜਾਣਕਾਰੀ ਅਸੀਂ ਕਰਾਂਗੇ ਪੇਸ਼। ਨਾ ਹੀ ਹੋਵਾਂਗੇ ਲੇਟ, ਨਾ ਹੀ ਕਰਨੀ ਪਵੇਗੀ ਵੇਟ। ਦੇਖੋ ਰਜਿੰਦਰ ਸੈਣੀ ਨਾਲ ਸਹੀ 8 ਵਜੇ ਟੌਪ 8 at 8। ਮੈਂ ਪ੍ਰਭਜੋਤ ਮਾਹਲ ਰੀਮੈਕਸ ਰੀਅਲ ਏਸਟੇਟ ਸੈਂਟਰ ਨਾਲ ਕੰਮ ਕਰਦਾ। ਕੀ ਤੁਸੀਂ ਘਰ ਵੇਚਣ ਜਾਂ ਖਰੀਦਣ ਬਾਰੇ ਸੋਚ ਰਹੇ ਹੋ? ਕੀ ਤੁਹਾਡਾ ਇਨਵੈਸਟਮੈਂਟ ਕਰਨ ਦਾ ਮਨ ਹੈ? ਗ੍ਰੇਟਰ ਟੋਰਾਂਟੋ ਏਰੀਆ ਹੋਵੇ ਜਾਂ ਸਾਊਥ ਵੈਸਟਰਨ ਓਨਟਾਰੀਓ, ਕਿਤੇ ਵੀ ਤੁਸੀਂ ਘਰ ਵੇਚ ਰਹੇ ਹੋ, ਖਰੀਦਣਾ ਚਾਹੁੰਦੇ ਹੋ ਜਾਂ ਇਨਵੈਸਟਮੈਂਟ ਬਾਰੇ ਸੋਚ ਰਹੇ ਹੋ, ਮੈਨੂੰ ਕੰਟੈਕਟ ਕਰੋ। ਮੇਰਾ ਨੰਬਰ ਹੈ 647 462 6000 647 462 6000। मैं अभय माथुर नायगरा रीजन में किसी को भी प्रॉपर्टी की बाइंग और सेलिंग। ਕਹਿੰਦੇ ਕਿ ਕੋਈ ਚੰਗਾ ਮਾੜਾ ਜਦੋਂ ਟਾਈਮ ਆਂਦਾ ਹੈ ਤੇ ਰਿਸ਼ਤੇਦਾਰ ਵਗੈਰਾ ਭੈਣ ਭਰਾ ਬਾਅਦ ਚ ਪਹੁੰਚਦੇ ਨੇ, ਪੜੋਸੀ ਪਹਿਲਾਂ ਪਹੁੰਚ ਜਾਂਦੇ ਨੇ। ਇਸ ਤਰ੍ਹਾਂ ਦੀ ਗੱਲ ਹੋਈ ਹੈ ਨਿਊ ਮਾਰਕੀਟ ਦੇ ਵਿੱਚ ਇੱਕ ਘਰ ਦੇ ਵਿੱਚ ਅੱਗ ਲੱਗ ਗਈ ਸੀਗੀ ਔਰ ਐਮਰਜੈਂਸੀ ਕਰੂਜ਼ ਦਾ ਕਹਿਣਾ ਹੈ ਕਿ ਇਸ ਦਾ ਜਿਹੜਾ ਪੜੋਸੀ ਸੀਗਾ ਉਸਨੇ ਇੱਕਦਮ ਜਿਹੜੀ ਹੈ ਆਪਣੇ ਘਰੋਂ ਲੈਡਰ ਲੈ ਕੇ ਆਂਦੀ ਔਰ ਲੈਡਰ ਰਾਹੀਂ ਜਿਹੜੇ 2 ਬੱਚੇ ਔਰ ਇਹ 2 ਅਡਲਟਸ ਇਹਨਾਂ ਦੋਨਾਂ ਨੂੰ ਬਚਾ ਲਿੱਤਾ ਗਿਆ। ਯਾਰਕ ਰੀਜਨ ਪੁਲਿਸ ਦਾ ਕਹਿਣਾ ਹੈ ਕਿ 5 ਵਜੇ ਸਵੇਰੇ ਤੜਕੇ ਅੱਜ ਅੱਗ ਲੱਗੀ ਸੀਗੀ 1092 ਵਾਬੀ ਟ੍ਰੇਲ ਦੇ ਉੱਪਰ, ਜਿਹੜਾ ਕਿ ਲੈਸਲੀ ਸਟਰੀਟ ਦੇ ਉੱਪਰ ਹੈਗਾ। ਇੱਕ ਘਰ ਦੇ ਵਿੱਚ ਅੱਗ ਲੱਗੀ ਸੀਗੀ ਔਰ ਇਸ ਤੋਂ ਪਹਿਲਾਂ ਕਿ ਪੁਲਿਸ ਉੱਤੇ ਪਹੁੰਚਦੀ ਜਾਂ ਐਮਰਜੈਂਸੀ ਕਰੂਜ਼ ਪਹੁੰਚਦੇ, ਇੱਕ ਨੇਬਰ ਨੇ, ਪੜੋਸੀ ਨੇ ਆਪਣੀ ਇੱਕ ਪੌੜੀ ਕੱਢੀ, ਪੌੜੀ ਲਗਾ ਕੇ ਔਰ ਘਰ ਦੇ ਉੱਪਰੋਂ ਜਿਹੜਾ ਹੈ 2 ਬੱਚਿਆਂ ਨੂੰ, ਬਾਲਕਨੀ ਦੇ ਵਿੱਚੋਂ 2 ਬੱਚਿਆਂ ਨੂੰ ਔਰ 2 ਅਡਲਟਸ ਨੂੰ ਬਚਾ ਲਿਆ। ਇੱਕ ਵਿਟਨੈਸ ਜਿਸਨੇ ਇਸ ਦਾ ਸਾਰਾ ਮੌਕੇ ਤੇ ਜਿਹੜਾ ਸਭ ਕੁਝ ਦੇਖਿਆ, ਉਸਨੇ ਦੱਸਿਆ ਕਿ 2 ਅਡਲਟਸ ਤੇ 2 ਬੱਚੇ ਜਿਹੜੇ ਸਾਰੇ ਘਰ ਦੇ ਸਾਹਮਣੇ ਇੱਕ ਛੋਟੀ ਜਿਹੀ ਸੈਕੰਡ ਫਲੋਰ ਦੇ ਉੱਪਰ ਬਾਲਕਨੀ ਸੀਗੀ ਜਿੱਥੇ ਸਾਰੇ ਇਕੱਠੇ ਮੁੱਠੇ ਹੋ ਕੇ ਖੜੇ ਹੋਏ ਸੀਗੇ ਅੱਗ ਤੋਂ ਡਰਦੇ ਆ। ਔਰ ਜਿਸ ਤਰ੍ਹਾਂ ਹੀ ਇਸ ਨੇਬਰ ਨੇ ਦੇਖਿਆ ਕਿਸੇ ਹੋਰ ਨੇ ਤੇ ਉਹਨੇ ਜਿਹੜੀ ਲੈਡਰ ਲਗਾਈ, ਪੌੜੀ ਲਗਾ ਕੇ ਇਹਨਾਂ ਨੂੰ ਜਿਹੜਾ ਹੈ ਉੱਥੋਂ ਪੌੜੀ ਰਸਤੇ ਸੇਫ ਜਿਹੜਾ ਹੈ ਬਿਲਕੁਲ ਸਹੀ ਸਲਾਮਤ ਉਤਾਰ ਲਿਆਂਦਾ। ਔਰ ਇਹ ਲੋਕ ਲੱਕੀ ਸੀਗੇ ਪੁਲਿਸ ਦਾ ਕਹਿਣਾ ਹੈ ਕਿਉਂਕਿ ਇਹ ਫਰੰਟ ਡੋਰ ਤੋਂ ਬਾਹਰ ਨਹੀਂ ਨਿਕਲ ਸਕਦੇ ਸੀਗੇ, ਅੱਗ ਜ਼ਿਆਦਾ ਸੀਗੀ। ਪਰ ਇਸ ਤੋਂ ਪਹਿਲਾਂ ਕਿ ਪੁਲਿਸ ਜਾਂ ਫਾਇਰ ਕਰੂਜ਼ ਪਹੁੰਚਦੇ ਉੱਥੇ ਤੇ ਇਸ ਪੜੋਸੀ ਨੇ ਆਪਣੇ ਪੜੋਸੀਆਂ ਦੀ ਜਾਨ ਬਚਾ ਲਈ ਔਰ ਉਸ ਤੋਂ ਬਾਅਦ ਚ ਉਹਨਾਂ ਦੀ ਜਾਨ ਬਚਾ ਕੇ ਉੱਥੋਂ ਦੀ ਚਲਾ ਗਿਆ ਕਿਉਂਕਿ ਉਸਨੇ ਕੰਮ ਤੇ ਜਾਣਾ ਸੀਗਾ। ਕਿਸੇ ਦੇ ਵੀ ਕੋਈ ਸੱਟ ਨਹੀਂ ਲੱਗੀ, ਕਿਸੇ ਦੀ ਕੋਈ ਇੰਜਰੀਜ਼ ਨਹੀਂ ਆਈਆਂ ਇਸ ਅੱਗ ਦੇ ਵਿੱਚ ਤੇ ਪੜੋਸੀ ਨੇ ਆਪਣੇ ਪੜੋਸੀ ਦੀ ਜਿਹੜੀ ਜਾਨ ਬਚਾ ਲਈ। ਨਾ ਸਿਰਫ ਦੋਨੋਂ ਬੱਚਿਆਂ ਦੀ, ਉਹਨਾਂ ਦੇ ਜਿਹੜੇ ਨਾਲ ਜਿਹੜੇ 2 ਅਡਲਟ ਸੀਗੇ ਉਹਨਾਂ ਦੀ ਵੀ ਜਾਨ ਗਈ ਹੈ ਬਚ। मैं अभय माथुर नायगरा रीजन में किसी को भी प्रॉपर्टी की बाइंग और सेलिंग करनी हो, छोटी इन्वेस्टमेंट करनी हो या अपने रहने के लिए घर खरीदना हो और किसी को बड़ी इन्वेस्टमेंट करनी हो कमर्शियल के बारे में भी, तो भी मुझे कांटेक्ट कर सकते हैं। और नायगरा फॉल बहुत ही सुंदर जगह है, मैं सबको इनवाइट करता हूं, आप वहां पर आइए। मेरे बहुत ही अच्छे ताल्लुकात हैं सिटी के साथ में भी और लोकल लोगों के साथ में भी। मुझे कांटेक्ट करें और मेरा नंबर है 905 978 3788। ਹਾਏ ਰੱਬਾ, ਬਿਜਲੀ ਦਾ ਬਿੱਲ ਤਾਂ ਦੇਖੋ। ਤੁਹਾਨੂੰ ਕਿੰਨੀ ਵਾਰੀ ਕਿਹਾ ਤੁਸੀਂ ਇਹਦੇ ਬਾਰੇ ਕੁਝ ਸੋਚਦੇ ਕਿਉਂ ਨਹੀਂ? ਹਾਂਜੀ ਸੋਚ ਲਿਆ, ਬਿਲਕੁਲ ਸੋਚ ਲਿਆ। ਉਹ ਕੀ? ਆ ਵੇਖੋ ਜੀ, ਬ੍ਰੈਂਪਟਨ ਸੋਲਰ ਲਾਈਟ। ਹਾਂਜੀ ਉਹ ਵੀ 4 LED ਲਾਈਟਾਂ ਸਿਰਫ $69, ਨਾ ਕੋਈ ਵਾਇਰਿੰਗ, ਹੁਣ ਨੋ ਬਿਜਲੀ ਦਾ ਬਿੱਲ। ਤੁਸੀਂ ਤਾਂ ਬੜੇ ਸਮਾਰਟ ਹੋ ਜੀ। ਬ੍ਰੈਂਪਟਨ ਸੋਲਰ ਲਾਈਟਿੰਗ ਨੂੰ ਕਾਲ ਕਰੋ 4166691313 416 669 1313 bramptonsolar.com। ਹੁਣ ਤੁਹਾਡੀ ਵਾਰੀ ਹੈ ਸਮਾਰਟ ਬਣਨ ਦੀ। ਹੁਣ ਤੁਹਾਡੇ ਸੁਪਨਿਆਂ ਦਾ ਘਰ ਖਰੀਦਣਾ ਤੇ ਪ੍ਰਾਪਰਟੀ ਨੂੰ ਵੇਚਣਾ ਹੋਇਆ ਹੋਰ ਵੀ ਸੁਖਾਲਾ, ਕਿਉਂਕਿ ਹੁਣ ਹਰਪ੍ਰੀਤ ਰੱਖਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਣਗੇ ਤੁਹਾਡਾ ਸਾਥ। ਹਰਪ੍ਰੀਤ ਰੱਖਰਾ ਦਿਵਾਉਣਗੇ ਤੁਹਾਡੀ ਪ੍ਰਾਪਰਟੀ ਤੇ ਬੈਸਟ ਅਤੇ ਫਾਇਦੇਮੰਦ ਡੀਲ। ਅੱਜ ਹੀ ਆਪਣਾ ਨਵਾਂ ਘਰ ਪ੍ਰੀ ਕੰਸਟਰਕਸ਼ਨ ਸਾਈਟ ਜਾਂ ਕੰਡੋਜ਼ ਬੁੱਕ ਕਰਾਉਣ ਲਈ ਕਾਲ ਕਰੋ ਹਰਪ੍ਰੀਤ ਰੱਖੜਾ ਨੂੰ 6477205454 ਤੇ 647 720 5454 ਤੇ। At Atlantic Immigration, we have over 15 years of experience assisting clients with their immigration matters. ਭਾਵੇਂ work permit, study permit, spouse sponsorship, investor class ਜਾਂ refugee claim, ਤੁਸੀਂ ਸਾਨੂੰ ਮੁਫਤ ਸਲਾਹ ਲਈ ਕੰਟੈਕਟ ਕਰ ਸਕਦੇ ਹੋ at 9053620202। ਜੇ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਇਮੀਗ੍ਰੇਸ਼ਨ ਕੇਸ ਰਿਫਿਊਜ਼ ਹੋ ਗਿਆ ਹੈ, ਅਪੀਲ ਕਰਨਾ ਤੁਹਾਡਾ ਹੱਕ ਹੈ। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ for free consultation at 9053620202। अपने घर के खाने में कुछ अलग ही बात हो। ਔਰ ਪ੍ਰੋਗਰਾਮ 'ਚ ਤੁਹਾਨੂੰ ਜਿੱਥੇ ਅਸੀਂ ਕੈਨੇਡਾ ਦੀਆਂ ਕੋਵਿਡ-19 ਦੀਆਂ ਖਬਰਾਂ ਨਾਲ ਜੋੜ ਰਹੇ ਹਾਂ,
ਉੱਥੇ ਬੜਾ ਹੀ ਚਿੰਤਾਜਨਕ ਇਸ ਵੇਲੇ ਮਾਹੌਲ ਕਹਿ ਲਓ, ਸਿਚੁਏਸ਼ਨ ਕਹਿ ਲਓ ਭਾਰਤ ਦੀ ਹੈ। ਭਾਰਤ ਦੇ ਵਿੱਚ ਜਿਹੜੇ ਪੋਲੀਟੀਸ਼ੀਅਨਸ ਹੈ, ਜਦੋਂ ਸਮਾਂ ਸੀ ਸੰਭਲਣ ਦਾ, ਸੰਭਲੇ ਨਹੀਂ। ਤੁਸੀਂ ਦੇਖ ਹੀ ਰਹੇ ਹੋ, ਬੰਗਾਲ 'ਚ ਇਲੈਕਸ਼ਨ ਹੋ ਰਿਹਾ ਹੈ, ਮਦਰਾਸ 'ਚ ਇਲੈਕਸ਼ਨ ਹੋ ਰਿਹਾ ਹੈ, ਤਾਮਿਲਨਾਡੂ ਦੇ ਵਿੱਚ, ਆਸਾਮ 'ਚ ਇਲੈਕਸ਼ਨ ਹੋ ਰਿਹਾ, ਪੌਂਡੀਚੇਰੀ 'ਚ ਇਲੈਕਸ਼ਨ ਹੋ ਰਿਹਾ ਹੈ। ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਪੂਰੀਆਂ ਵੱਡੀਆਂ ਵੱਡੀਆਂ ਭੀੜਾਂ, ਰੈਲੀਆਂ ਹੋਈਆਂ। ਹੁਣ ਇਹਨਾਂ ਸਾਰੀਆਂ ਸੂਬਿਆਂ ਦੇ ਵਿੱਚ ਬਹੁਤ ਜ਼ਿਆਦਾ ਨੰਬਰ ਵੱਧ ਰਹੇ ਆ ਕੋਵਿਡ-19 ਦੇ। ਬੰਗਾਲ 'ਚ ਤਾਂ ਹਾਲਾਤ ਇਹ ਹੈ ਕਿ ਉੱਥੇ 23, 24, 25, 30% ਤੱਕ ਪੋਜ਼ਿਟਿਵ ਰੇਟ ਆ ਰਿਹਾ ਹੈ। ਔਰ ਜੇ ਕਲਕੱਤੇ ਦੀ ਗੱਲ ਕਰੀਏ ਤਾਂ 45 to 50% ਜਿਹੜਾ ਇਨਫੈਕਸ਼ਨ ਦਾ ਰੇਟ ਹੈ, ਪੋਜ਼ਿਟਿਵ ਰੇਟ, ਪੋਜ਼ਿਟਿਵਿਟੀ 50% ਤੱਕ। ਔਰ ਅੱਜ ਉੱਥੇ ਭਾਰਤ ਦੇ ਵਿੱਚ ਜਿਹੜਾ ਬੰਬੇ ਹਾਈ ਕੋਰਟ ਹੈ, ਉਹਨਾਂ ਨੇ ਝਾੜ ਮਾਰੀ ਹੈ, ਝਾੜ ਪਾਈ ਹੈ ਇਲੈਕਸ਼ਨ ਕਮਿਸ਼ਨ ਨੂੰ, ਭਾਰਤ ਦੇ ਨੂੰ, ਕਿ ਤੁਸੀਂ ਸੁੱਤੇ ਹੋਏ ਸੀ ਜਦੋਂ ਇਹ ਲੀਡਰ ਪੋਲੀਟੀਕਲ ਰੈਲੀਆਂ ਕਰ ਰਹੇ ਸੀ, ਲੱਖਾਂ ਦੀਆਂ ਭੀੜਾਂ ਨੂੰ ਇਕੱਠਿਆਂ ਕਰ ਰਹੇ ਸੀ, ਉਦੋਂ ਤੁਸੀਂ ਕਿਉਂ ਨਹੀਂ ਜਾਗੇ? ਉਦੋਂ ਤੁਸੀਂ ਬੈਨ ਕਿਉਂ ਨਹੀਂ ਲਗਾਇਆ ਇਹਨਾਂ ਰੈਲੀਆਂ ਦੇ ਉੱਤੇ? ਹੁਣ ਜਦੋਂ ਕਿ ਬਹੁਤ ਸਾਰਾ ਨੁਕਸਾਨ ਹੋ ਗਿਆ, ਹੁਣ ਤੁਸੀਂ ਜਾਗੇ ਹੋ। ਤਾਂ ਮਦਰਾਸ ਹਾਈ ਕੋਰਟ, ਆਪਣਾ ਬੰਬੇ ਹਾਈ ਕੋਰਟ, ਮਾਫ ਕਰਨਾ, ਮਦਰਾਸ ਹਾਈ ਕੋਰਟ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਵੋਟਾਂ ਦੀ ਗਿਣਤੀ ਨਹੀਂ ਹੋਣ ਦਿਆਂਗੇ ਜੇ ਤੁਸੀਂ ਸਾਨੂੰ ਕੋਈ ਫਰਮ ਪਲਾਨ ਨਹੀਂ ਪੇਸ਼ ਕਰੋਗੇ ਕਿ ਕਿਸ ਤਰ੍ਹਾਂ ਤੁਸੀਂ ਜਿਹੜੀ ਭੀੜ ਇਕੱਠੀ ਹੋਣੀ ਹੈ ਰਿਜ਼ਲਟ ਦੇ ਸਮੇਂ 'ਚ, ਵੋਟਾਂ ਦੀ ਗਿਣਤੀ ਸਮੇਂ 'ਚ, ਉਸ 'ਤੇ ਕਿਸ ਤਰ੍ਹਾਂ ਕੰਟਰੋਲ ਕਰ ਸਕੋਗੇ। ਅਤੇ ਬੜੇ ਹੀ ਇਹ ਅਫਸੋਸ ਦੀ ਗੱਲ, ਸ਼ਰਮ ਦੀ ਗੱਲ ਕਿ ਇੱਕ ਪਾਸੇ ਲੋਕ ਮਰ ਰਹੇ ਹੈ, ਆਕਸੀਜਨ ਮਿਲ ਨਹੀਂ ਰਹੀ, ਹਸਪਤਾਲਾਂ ਵਿੱਚ ਬੈੱਡ ਨਹੀਂ ਹੈ, ਨੰਬਰ ਵੱਧ ਰਹੇ ਆ, ਔਰ ਦੂਜੇ ਪਾਸੇ ਸਾਡੇ ਪੋਲੀਟੀਸ਼ੀਅਨ, ਖਾਸ ਤੌਰ 'ਤੇ ਪ੍ਰਧਾਨ ਮੰਤਰੀ ਖੁਦ ਔਰ ਉਹਨਾਂ ਦੇ ਨਾਲ ਗ੍ਰਹਿ ਮੰਤਰੀ, ਜਿਹੜੇ ਦੇਸ਼ ਦੇ ਦੋ ਚੋਟੀ ਦੇ ਲੀਡਰ ਹੈ, ਉਹ ਰੈਲੀਆਂ 'ਚ ਮਸਰੂਫ ਸੀਗੇ। ਤਾਂ ਉਧਰ ਹੁਣ ਅਮਰੀਕਾ ਨੇ, ਜਰਮਨੀ ਨੇ, ਕਈ ਹੋਰ ਕੰਟਰੀਜ਼ ਨੇ ਭਾਰਤ ਨੂੰ ਵੈਕਸੀਨ ਦੀ, ਹੋਰ ਕਈ ਸਾਜੋ ਸਮਾਨ ਦੇਣ ਦੀ ਜਿਹੜੀ ਆਫਰ ਕੀਤੀ ਹੈ, ਤਾਂ ਕਿ ਭਾਰਤ ਦੇ ਵਿੱਚ ਉਸ ਲਈ ਬਹੁਤ ਹੀ ਬੱਤਰ ਹਾਲਾਤ ਹੈ, ਉਹਨਾਂ ਨਾਲ ਨਿਪਟਿਆ ਜਾ ਸਕੇ। ਉਧਰ ਚਾਈਨਾ ਨੇ ਆਪਣੇ ਜਿਹੜੇ ਜਿਹੜੀਆਂ ਕਾਰਗੋ ਫਲਾਈਟਸ ਹੈ ਉਹ ਬੰਦ ਕਰ ਦਿੱਤੀਆਂ ਭੇਜਣੀਆਂ ਭਾਰਤ। ਇਹ ਉਹ ਫਲਾਈਟਸ ਨੇ ਜਿਹੜੀਆਂ ਦਵਾਈਆਂ, PPE, ਹੋਰ ਬੜੇ ਇਕਵਿਪਮੈਂਟ ਲੈ ਕੇ ਆਉਂਦੀਆਂ ਸੀ। ਤਾਂ ਭਾਰਤ 'ਚ ਵਧੇ ਹੋਏ ਕੇਸਾਂ ਨੂੰ ਦੇਖਦਿਆਂ ਚਾਈਨਾ ਨੇ ਫੈਸਲਾ ਲਿਆ ਹੈ ਕਿ ਅਸੀਂ ਆਪਣੇ ਜਿਹੜੇ ਜਹਾਜ਼ ਹੈ ਉਹ ਨਹੀਂ ਭੇਜਾਂਗੇ। ਇੱਕ ਤਾਂ ਪਹਿਲਾਂ ਹੀ ਭਾਰਤ ਕੋਲ ਸਮਾਨ ਹੈ ਨਹੀਂ, ਜਿਹੜਾ ਚਾਈਨਾ ਤੋਂ ਭਾਰਤ ਸਮਾਨ ਮੰਗਾਉਂਦਾ ਹੈ, ਜਿਹੜੀਆਂ ਪ੍ਰਾਈਵੇਟ ਕੰਪਨੀਆਂ ਸਮਾਨ ਮੰਗਾਉਂਦੀਆਂ, ਉਹਨਾਂ ਨੂੰ ਬੜਾ ਵੱਡਾ ਇਹ ਝਟਕਾ ਲੱਗਾ ਹੈ ਕਿ ਚਾਈਨਾ ਨੇ ਆਪਣੇ ਜਹਾਜ਼ ਭੇਜਣੇ ਬੰਦ ਕਰ ਦਿੱਤੇ ਹੈ। ਤਾਂ ਇਸ ਵੇਲੇ ਸਖਤ ਲੋੜ ਹੈ ਭਾਰਤ ਨੂੰ ਚਾਈਨਾ ਤੋਂ ਸਮਾਨ ਦੀ। ਤੁਹਾਨੂੰ ਪਤਾ ਭਾਰਤ ਦਾ 70-80% ਤੋਂ ਜ਼ਿਆਦਾ ਜਿਹੜਾ ਸਮਾਨ ਹੈ, ਕੱਚਾ ਸਮਾਨ, ਦਵਾਈਆਂ ਬਣਾਉਣ ਵਾਲਾ, ਫਾਰਮਾਸਿਊਟੀਕਲ ਦਾ, ਉਹ ਚਾਈਨਾ ਤੋਂ ਆਉਂਦਾ ਹੈ। ਭਾਰਤ ਅਫੋਰਡ ਹੀ ਨਹੀਂ ਕਰ ਸਕਦਾ ਚਾਈਨਾ ਦੇ ਨਾਲ ਕਿਸੇ ਤਰ੍ਹਾਂ ਦੀ ਦੁਸ਼ਮਣੀ ਜਾਂ ਇਸ ਤਰ੍ਹਾਂ ਦੀ ਕੋਈ ਖੜੋਤ ਆ ਜਾਵੇ ਭਾਰਤ ਔਰ ਚਾਈਨਾ ਦੇ ਰਿਲੇਸ਼ਨ ਦੇ ਵਿੱਚ। ਅਤੇ ਬੜਾ ਵੱਡਾ ਇੱਕ ਝਟਕਾ ਹੈ ਭਾਰਤ ਵਾਸਤੇ। ਦੇਖਣਾ ਹੋਏਗਾ ਕਿ ਭਾਰਤ ਚਾਈਨਾ ਤੋਂ ਅਗਰ ਸਮਾਨ ਨਹੀਂ ਆਏਗਾ ਤਾਂ ਕਿੱਥੋਂ ਭਾਰਤ ਸਮਾਨ ਮੰਗਾਏਗਾ। ਤਾਂ ਕੁੱਲ ਮਿਲਾ ਕੇ ਬੜਾ ਹੀ ਇਸ ਵੇਲੇ ਡਰ ਦਾ ਮਾਹੌਲ ਹੈ ਸਾਰੇ ਪਾਸੇ। ਖਾਸ ਤੌਰ 'ਤੇ ਦਿੱਲੀ ਦੇ ਵਿੱਚ ਬਹੁਤ ਹਾਲਤ ਖਰਾਬ ਹੈ। ਕਈ ਹਸਪਤਾਲਾਂ ਕੋਲ ਕੁਝ ਘੰਟਿਆਂ ਦੀ ਸਪਲਾਈ ਰਹਿ ਗਈ ਹੈ ਆਕਸੀਜਨ ਦੀ। ਇਹ ਹੈ ਸਿਚੁਏਸ਼ਨ ਇਸ ਵੇਲੇ ਭਾਰਤ ਦੀ। ਇੱਥੋਂ ਦੀ ਗੱਲ ਕਰੀਏ ਤਾਂ ਬਰੈਂਪਟਨ ਦੀ ਇੱਕ 13 ਸਾਲ ਦੀ ਬੱਚੀ, ਉਸ ਦੀ ਮੌਤ ਹੋ ਗਈ ਹੈ ਕੋਵਿਡ-19 ਕਰਕੇ, ਔਰ ਉਸਦੇ ਵਾਸਤੇ, ਉਸਦੇ ਫਿਊਨਰਲ ਵਾਸਤੇ ਹੁਣ ਫੰਡਸ ਇਕੱਠੇ ਕੀਤੇ ਜਾ ਰਹੇ ਨੇ। ਇਹ ਯੰਗੈਸਟ ਕੈਨੇਡੀਅਨ ਹੈ ਜਿਸ ਦੀ ਮੌਤ ਹੋਈ ਹੈ ਕੋਵਿਡ ਕਰਕੇ। ਐਮਲੀ ਵੇਗਸ, 22 ਅਪ੍ਰੈਲ ਨੂੰ ਇਸ ਲੜਕੀ ਦੀ ਮੌਤ ਹੋਈ ਹੈ। ਸਿੰਪਟਮਸ ਇਸਨੂੰ ਜਿਹੜੇ ਆਏ ਸੀਗੇ, ਜਿਸ ਤਰ੍ਹਾਂ ਸ਼ੁਰੂ ਹੋਏ ਸੀਗੇ ਸਿੰਪਟਮਸ ਆਣੇ, ਉਸ ਤੋਂ 5 ਦਿਨਾਂ ਬਾਅਦ ਇਹ ਪੋਜ਼ਿਟਿਵ ਟੈਸਟ ਪਾਈ ਗਈ। ਔਰ ਇਸਦੇ ਪਿਤਾ ਨੇ ਦੱਸਿਆ ਕਿ ਇਸਨੂੰ ਜਦੋਂ ਸਿੰਪਟਮਸ ਜਿਹੜੇ ਸ਼ੁਰੂ ਹੋਏ ਸੀਗੇ ਤੇ ਖਾਂਸੀ ਜਿਹੜੀ ਹੈ ਲਗਾਤਾਰ ਇਸਨੂੰ ਲੱਗੀ ਹੋਈ ਸੀਗੀ, ਇਸਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਸੀਗੀ, ਔਰ ਫਿਰ ਉਸ ਤੋਂ ਬਾਅਦ 'ਚ ਖੜੇ ਵੀ ਨਹੀਂ ਸੀ ਹੋ ਪਾ ਰਹੀ। ਔਰ ਕੁਝ ਦਿਨਾਂ ਬਾਅਦ ਇਸਨੂੰ ਹਸਪੀਟਲ ਲਿਜਾਇਆ ਗਿਆ। ਉੱਥੇ ਪਰਿਵਾਰ ਨੇ ਦੇਖਿਆ ਕਿ ਆਪਣੇ ਬੈੱਡ ਤੇ ਸੀਗੀ, ਪਰ ਇਸ ਤੋਂ ਕੋਈ ਰਿਸਪੌਂਸ ਨਹੀਂ ਸੀ ਆ ਰਿਹਾ, ਅਨਰਿਸਪੌਂਸਿਵ ਸੀਗੀ ਇਹ ਲੜਕੀ, ਔਰ ਇਸਨੂੰ ਥੋੜੇ ਘੰਟਿਆਂ ਬਾਅਦ ਡੈਡ ਪ੍ਰਨਾਉਂਸ ਕਰ ਦਿੱਤਾ ਗਿਆ। ਕਾਫੀ ਅਟੈਂਪਟਸ ਕੀਤੇ ਗਏ ਇਸਨੂੰ ਰਿਸੈਸੀਟੇਟ ਕਰਨ ਦੇ, ਪਰ ਇਸਨੂੰ ਬਚਾਇਆ ਨਹੀਂ ਜਾ ਸਕਦਾ। ਡਾਕਟਰਸ ਦਾ ਕਹਿਣਾ ਸੀਗਾ ਕਿ ਕੋਵਿਡ-19 ਦੇ ਨਾਲ ਇਸਨੂੰ ਨਿਮੋਨੀਆ ਵੀ ਹੋ ਗਿਆ ਸੀ। ਪ੍ਰੀਮੀਅਰ ਡਗ ਫੋਰਡ ਦਾ ਕਹਿਣਾ ਹੈ ਕਿ ਇਹ ਜਿਹੜਾ ਲਾਸ ਹੈ, ਇਹ ਬੜਾ ਤਗੜਾ, ਬੜਾ ਸਖਤ ਰਿਮਾਈਂਡਰ ਹੈਗਾ ਓਨਟੇਰੀਅਨਸ ਨੂੰ ਕਿ ਇਹ ਵਾਇਰਸ ਕੀ ਕਰ ਸਕਦਾ ਹੈ, ਔਰ ਸਾਡਾ ਦਿਲ ਟੁੱਟ ਜਾਂਦਾ ਹੈ ਇਸ ਪਰਿਵਾਰ ਬਾਰੇ ਸੋਚ ਕੇ। ਇਹੀ ਕਹਿਣਾ ਹੈ ਮੇਅਰ ਪੈਟਰਿਕ ਬਰਾਊਨ ਦਾ। ਉਹਨਾਂ ਨੇ ਟਵੀਟ ਕੀਤਾ ਹੈ ਕਿ ਇੱਕ ਪੇਰੈਂਟ ਹੋਣ ਦੇ ਨਾਤੇ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਕਿ ਇਸ ਨੂੰ ਅਸੀਂ ਕਿਸ ਤਰ੍ਹਾਂ ਬਿਆਨ ਕਰ ਸਕਦੇ ਹਾਂ, ਕਿਸ ਤਰ੍ਹਾਂ ਆਪਣਾ ਦੁੱਖ ਜਿਹੜਾ ਹੈ ਵਿਅਕਤ ਕਰ ਸਕਦੇ ਹਾਂ। ਬਹੁਤ ਹੌਰੀਫਾਈਂਗ ਹੈਗਾ ਇਹ ਜਿਹੜਾ ਮੂਵਮੈਂਟ। ਔਰ MPPs ਨੇ ਵੀ ਇੱਕ ਅੱਜ ਕੁਈਨਸ ਪਾਰਕ ਦੇ ਵਿੱਚ
1 ਮਿੰਟ ਜਿਹੜੀ ਹੈ ਸਾਇਲੈਂਸ ਆਬਜ਼ਰਵ ਕੀਤੀ ਸੀਗੀ ਇਸ ਬੱਚੀ ਵਾਸਤੇ। ਇਹ ਬੱਚੀ ਜਿਹੜੀ ਹੈ ਇੱਕ ਅਪਾਰਟਮੈਂਟ ਦੇ ਵਿੱਚ ਰਹਿੰਦੀ ਸੀਗੀ ਬਰੈਂਪਟਨ ਦੇ ਵਿੱਚ ਆਪਣੇ ਪੇਰੈਂਟਸ ਦੇ ਨਾਲ, ਆਪਣੇ ਬ੍ਰਦਰ ਦੇ ਨਾਲ। ਇਸ ਦੇ ਬ੍ਰਦਰ ਔਰ ਮਦਰ ਦੋਨੋਂ ਸਿੱਖਿਆ ਵਾਇਰਸ ਦੇ ਨਾਲ। ਮਦਰ ਇਸ ਵੇਲੇ ਹਸਪੀਟਲ ਦੇ ਵਿੱਚ ਹੈ, ਪਿਤਾ ਜਿਹੜਾ ਹੈ ਉਸ ਨੂੰ ਪਹਿਲੀ ਡੋਜ਼ ਵੈਕਸੀਨ ਦੀ ਮਿਲ ਚੁੱਕੀ ਹੈ। ਇਸ ਦੇ ਵਾਸਤੇ GoFundMe ਪੇਜ ਜਿਹੜਾ ਹੈ ਤਿਆਰ ਕੀਤਾ ਗਿਆ ਸੀਗਾ। $10,000 ਜਿਹੜੇ ਇਕੱਠੇ ਕਰਨੇ ਸੀਗੇ ਇਸ ਦੇ ਫਿਊਨਰਲ ਵਾਸਤੇ। ਆਲਰੇਡੀ 4 ਗੁਣਾ ਪੈਸੇ ਜਿਹੜੇ ਨੇ ਇਕੱਠੇ ਹੋ ਚੁੱਕੇ ਨੇ। ਬਰੈਂਪਟਨ ਸਭ ਤੋਂ ਜ਼ਿਆਦਾ ਹਾਰਡੈਸਟ ਹਿੱਟ ਹੈਗਾ ਹੈ ਪੈਂਡੇਮਿਕ ਦੇ ਦੌਰਾਨ। ਪੋਜ਼ਿਟਿਵਿਟੀ ਰੇਟ ਜਿਹੜਾ ਬਰੈਂਪਟਨ ਦਾ 22% ਹੈ, ਜਿਹੜਾ ਕਿ ਓਨਟਾਰੀਓ ਦੇ ਵਿੱਚ ਹਾਈਐਸਟ ਹੈਗਾ। ਔਰ ਹੁਣ ਤੱਕ ਜਿਹੜੇ ਯੰਗ ਕੈਨੇਡੀਅਨਸ ਜਿਨ੍ਹਾਂ ਦੇ ਸਵੀਅਰ ਕੋਵਿਡ ਕੇਸਿਸ ਹੋਏ ਨੇ ਉਹ ਬਹੁਤ ਰੇਅਰ ਹੈਗੇ। ਹਾਲਾਂਕਿ 2 ਲੱਖ ਯੰਗ ਕੈਨੇਡੀਅਨਸ ਦੇ ਪਿੱਛੋਂ 142 ਜਿਹੜੇ ਨੇ ਉਹਨਾਂ ਨੂੰ ICU ਦੇ ਵਿੱਚ ਐਡਮਿਟ ਕਰਨਾ ਪਿਆ ਹੁੰਦੀ ਹੈ। ਜਿਹੜੇ ਲੋਕ ਇਹ ਕਹਿੰਦੇ ਆ ਜੀ ਕਿ ਬੱਚਿਆਂ ਨੂੰ COVID-19 ਨਹੀਂ ਹੁੰਦਾ, ਉਹ ਹੁਣ ਸਮਝ ਲੈਣ ਕਿ ਕੋਈ ਵੀ ਇਸ ਤੋਂ ਅਛੂਤਾ ਨਹੀਂ ਹੈ। ਅਸੀਂ ਅੱਜ ਗੱਲਬਾਤ ਕੀਤੀ ਹੈ ਡਾਕਟਰ ਨਵੀਦ ਮੁਹੰਮਦ ਹੋਰਾਂ ਦੇ ਨਾਲ। ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਤੁਹਾਨੂੰ ਉਹ ਸਾਰੀ ਇੰਟਰਵਿਊ ਸੁਣਾਵਾਂਗੇ। ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਦੇਣਗੇ। ਸੋ ਵਿਲੀਅਮ ਔਸਲਰ ਹੈਲਥ ਸਿਸਟਮ ਦੇ ਪ੍ਰੈਜ਼ੀਡੈਂਟ ਐਂਡ CEO ਡਾਕਟਰ ਨਵੀਦ ਮੁਹੰਮਦ ਦੱਸਣਗੇ ਕਿ ਕੀ ਇਸ ਵੇਲੇ ਹਾਲਤ ਹੈ ਬਰੈਂਪਟਨ ਸਿਵਿਕ ਹਸਪੀਟਲ ਦੀ, ਬਰੈਂਪਟਨ ਜਾਂ ਪੀਲ ਦੇ ਵਿੱਚ ਸਿਹਤ ਸੇਵਾਵਾਂ ਦੀ। ਉਹਨਾਂ ਦੀ ਗੱਲ ਨੂੰ ਪਲੀਜ਼ ਧਿਆਨ ਨਾਲ ਸੁਣਨਾ। ਖਬਰਾਂ ਤੋਂ ਬਾਅਦ ਤੁਹਾਨੂੰ ਅਸੀਂ ਸਾਰੀ ਜਾਣਕਾਰੀ ਉਹ ਦੇਵਾਂਗੇ। ਉਸ ਤੋਂ ਪਹਿਲਾਂ ਦੇ ਦਈਏ ਜਾਣਕਾਰੀ ਗਾਰਡਨ ਬਰੁੱਕ ਵਾਕ-ਇਨ ਕਲੀਨਿਕ ਦੀ 9059130088। ਡਾਕਟਰ ਸ਼ਰਮਾ, ਡਾਕਟਰ ਗਿੱਲ, ਬਹੁਤ ਸਾਰੇ ਡਾਕਟਰ ਤੇ ਉਹਨਾਂ ਦੀ ਟੀਮ ਤੁਹਾਡਾ ਵੈਲਕਮ ਕਰਨਗੇ। ਨਵੇਂ ਪੇਸ਼ੈਂਟਸ ਨੂੰ ਐਕਸੈਪਟ ਕੀਤਾ ਜਾ ਰਿਹਾ ਹੈ। ਗਾਰਡਨ ਬਰੁੱਕ ਕੈਸਲ ਮੋੜ ਦਾ ਇੰਟਰਸੈਕਸ਼ਨ ਮੰਡੇ ਟੂ ਫਰਾਈਡੇ 10 to 6, ਸੈਟਰਡੇ ਸੰਡੇ 10 to 4 ਓਪਨ ਹੁੰਦੇ ਹੈ ਫਾਰਮੇਸੀ ਔਰ ਲੈਬ ਦੇ ਨਾਲ। ਔਰ ਇਹਦੇ ਨਾਲ ਤੁਹਾਨੂੰ ਅਸੀਂ ਜਾਣਕਾਰੀ ਦੇਣਾ ਚਾਹਾਂਗੇ ਸਟਾਰ 11 ਹੋਮ ਐਨਹੈਂਸਰਸ। ਘਰ ਦੇ ਵਿੱਚ ਤੁਸੀਂ ਅਗਰ ਹੋਮ ਰੈਨੋਵੇਸ਼ਨ ਦਾ ਕੰਮ ਕਰਵਾਉਣਾ, ਇੱਕੋ ਹੀ ਛੱਤ ਥੱਲੇ ਸਾਰੇ ਕੰਮ, ਮਤਲਬ ਘਰ ਦੇ ਵਿੱਚ ਲਗਜ਼ਰੀ ਕਿਚਨ, ਵਾਸ਼ਰੂਮ, ਲੀਗਲ ਬੇਸਮੈਂਟ ਬਣਵਾਓ, ਇੰਟੀਰੀਅਰ ਡਿਜ਼ਾਈਨਿੰਗ ਦਾ ਕੰਮ ਕਰਵਾਓ, ਕੰਕਰੀਟ ਫਾਰਮਿੰਗ ਦਾ ਕੰਮ ਕਰਵਾਓ, ਐਕਸਟੀਰੀਅਰ ਸ਼ੈਡਸ, ਪੈਰਾਗੋਲਾਸ। ਤੁਹਾਨੂੰ ਅਲੱਗ-ਅਲੱਗ ਕੰਟਰੈਕਟਰਸ ਨਾਲ, ਅਲੱਗ-ਅਲੱਗ ਬੰਦਿਆਂ ਨਾਲ ਜਾ ਕੇ ਮਿਲਣ ਦੀ ਲੋੜ ਨਹੀਂ ਹੈ, ਕੰਮ ਕਰਾਉਣ ਦੀ ਲੋੜ ਨਹੀਂ ਹੈ। ਇੱਕੋ ਹੀ ਜਗ੍ਹਾ 'ਤੇ ਸਾਰੇ ਕੰਮ ਹੋ ਜਾਣਗੇ। ਤੁਸੀਂ ਇਹਦੇ ਲਈ ਲਾਲ ਅਮਨ ਸਿੰਘ ਨਾਲ ਗੱਲ ਕਰ ਲਓ 905 746 8111 9057468111। ਅਤੇ ਜੇ ਤੁਸੀਂ ਟਰੱਕ ਦਾ ਲਾਇਸੈਂਸ ਲੈਣਾ ਹੈ ਡਿਕਸੀ ਟਰੱਕ ਫੋਰਕਲਿਫਟ ਡਰਾਈਵਿੰਗ ਸਕੂਲ ਵਾਲਿਆਂ ਨਾਲ ਗੱਲ ਕਰ ਲਓ। ਨੰਬਰ ਹੈ 905 452 3633। ਦਰਸ਼ਨ ਮਾਨ ਬਹੁਤ ਸਾਲਾਂ ਤੋਂ ਸਭ ਤੋਂ ਪੁਰਾਣੇ ਜਿਹੜੇ ਡਰਾਈਵਿੰਗ ਸਕੂਲ ਦਾ ਉਹਨਾਂ ਵਿੱਚ ਸ਼ਾਮਿਲ ਹੈ ਇਹਨਾਂ ਦਾ ਨਾਮ। ਔਰ ਇਹ ਤੁਹਾਨੂੰ ਵਧੀਆ ਟਰੱਕ ਡਰਾਈਵਰ ਬਣਾਉਣਗੇ, ਲਾਇਸੈਂਸ ਲੈ ਕੇ ਦੇਣਗੇ $4500 'ਚ। ਅਤੇ ਜੇ ਜੋਬ ਚਾਹੀਦੀ ਹੋਈ ਤਾਂ ਜੋਬ ਵੀ ਅਰੇਂਜ ਕਰਕੇ ਦੇਣਗੇ। ਵੀਕਐਂਡ 'ਤੇ ਲਗਾਉਂਦੇ ਆ ਇਹ ਕਲਾਸਾਂ 에ਅਰ ਬ੍ਰੇਕ ਦੀਆਂ। ਨੰਬਰ ਨੋਟ ਕਰੋ ਫਿਰ 905 452 3633। ਤੁਹਾਨੂੰ ਕੈਨੇਡਾ 'ਚ ਕਿਸੇ ਵੀ ਸ਼ਹਿਰ 'ਚ, ਕਿਸੇ ਵੀ ਇਲਾਕੇ 'ਚ ਅਤੇ ਅਮਰੀਕਾ 'ਚ ਵੀ ਕਿਤੇ ਵੀ ਟਿਕਟ ਮਿਲ ਜਾਏ ਅਤੇ ਤੁਸੀਂ ਪੁਆਇੰਟ ਸੇਵਰ ਨਾਲ ਗੱਲ ਕਰਨੀ ਹੈ 1-844 764 6877 1844 764 6877। pointsaver.com ਵੈਬਸਾਈਟ, ਪੁਆਇੰਟ ਸੇਵਰ ਐਪ ਡਾਊਨਲੋਡ ਆਪਣੀ ਅਪਲੋਡ ਕਰ ਦਿਓ ਟਿਕਟ ਇਸ ਐਪ 'ਤੇ। ਬਾਕੀ ਜ਼ਿੰਮੇਵਾਰੀ ਪੁਆਇੰਟ ਸੇਵਰ ਵਾਲਿਆਂ ਦੀ। ਆਲਵੇਜ਼ ਕਾਲ 1844 764 6877। ਇੱਕ ਵਾਰੀ ਫਿਰ ਯਾਦ ਕਰਵਾ ਦਈਏ ਕਿ ਹੁਣ ਖਬਰਾਂ ਤੋਂ ਬਾਅਦ ਡਾਕਟਰ ਨਵੀਦ ਮੁਹੰਮਦ ਦੇ ਨਾਲ ਇੱਕ ਐਕਸਕਲੂਸਿਵ ਇੰਟਰਵਿਊ ਤੁਹਾਡੇ ਲਈ ਅਸੀਂ ਪੇਸ਼ करांगे। डॉक्टर मतविंदर फुल क्वालिफाइड। अपने घर के खाने में कुछ अलग ही बात होती है, चाहे वो मक्खन वाली दाल हो या घी वाली इडलियां। आखिर वैरायटी भी तो जरूरी है ना। और जब टाइम ना मिले तब क्या, खाना जो भी हो, ब्राड्स का स्वाद और अपनों का साथ हमेशा आपके साथ रहेगा। ब्राड्स, फूड कल्चर ऑफ इंडिया। न्यू स्माइल डेंचर क्लिनिक। ਇੱਥੇ ਕੰਪਲੀਟ ਡੈਂਚਰ, ਪਾਰਸ਼ੀਅਲ ਡੈਂਚਰ, ਫਲੈਕਸੀਬਲ ਡੈਂਚਰ, ਇਮੀਡੀਏਟ ਡੈਂਚਰ ਤੇ ਇੰਪਲਾਂਟਡ ਡੈਂਚਰ ਕੀਤੇ ਜਾਂਦੇ ਹਨ। ਡੈਂਚਰ ਰਿਲੇਟਡ ਸਾਰਾ ਕੰਮ ਸਾਡੀ ਲੈਬ ਦੇ ਵਿੱਚ ਹੀ ਹੁੰਦਾ ਹੈ। ਇਸ ਲਈ ਕੁਆਲਿਟੀ ਵਧੀਆ ਤੇ ਕੀਮਤਾਂ ਮੁਨਾਸਿਬ ਹੁੰਦੀਆਂ ਹਨ। ਸਾਡੇ ਨਾਲ ਡੈਂਟਿਸਟ ਦੀ ਪੂਰੀ ਟੀਮ ਜੁੜੀ। ਤੁਸੀਂ ਵੇਖਦੇ ਸੁਣ ਰਹੇ ਹੋ ਪ੍ਰਵਾਸੀ ਰੇਡੀਓ। ਖਬਰਾਂ ਦੇ ਇਸ ਬੁਲੇਟਿਨ ਵਿੱਚ ਮੈਂ ਨੀਲਮ ਸ਼ਰਮਾ ਸਵਾਗਤ ਕਰਦੀ ਹਾਂ ਤੇ ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਦਿੱਲੀ ਮੋਰਚੇ ਵਿੱਚ ਪਹੁੰਚਣ ਲੱਗੇ ਕਿਸਾਨਾਂ ਦੇ ਜੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ 24ਵਾਂ ਜੱਥਾ ਸੰਗਰੂਰ ਤੋਂ ਰਵਾਨਾ। ਅਕਾਲੀ ਦਲ ਨੇ ਕੈਬਨਿਟ ਮੰਤਰੀ ਆਸ਼ੂ ਦੀ ਕੋਠੀ ਦਾ ਕੀਤਾ ਘਿਰਾਓ, ਕਿਹਾ ਕਾਂਗਰਸ ਸਰਕਾਰ ਸੂਬੇ ਵਿੱਚ ਹਰ ਫਰੰਟ ਤੇ ਫੇਲ।
ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਫਿਰ ਚੁੱਕੇ ਸਵਾਲ। ਭਗਵੰਤ ਮਾਨ ਨੇ ਵੀ ਬੇਅਦਬੀ ਤੇ ਬਾਬਲ ਕਲਾਂ ਗੋਲੀकांड ਮਾਮਲੇ ਵਿੱਚ ਬਾਦਲ ਤੇ ਕੈਪਟਨ ਨੂੰ ਘੇਰਿਆ। ਬੇਅਦਬੀ ਮਾਮਲੇ ਵਿੱਚ ਨਵੇਂ ਸੰਘਰਸ਼ ਦੀ ਹੋਵੇਗੀ ਸ਼ੁਰੂਆਤ। ਪੰਥਕ ਤੇ ਸਿਆਸੀ ਆਗੂ ਭਲਕੇ 27 ਅਪ੍ਰੈਲ ਨੂੰ ਕਰਨਗੇ ਮੀਟਿੰਗ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਵਿਵਾਦਕ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਸੰਗਰੂਰ ਜ਼ਿਲ੍ਹੇ ਦੇ ਪਿੰਡ ਜਲਾਣ ਤੋਂ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਅੱਜ 24ਵਾਂ ਜੱਥਾ ਰਵਾਨਾ ਹੋਇਆ। ਇਸ ਮੌਕੇ ਯੂਨੀਅਨ ਦੇ ਆਗੂ ਬਲਦੇਵ ਸਿੰਘ ਤੇ ਪਰਮਜੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਕੋਰੋਨਾ ਦੀ ਆੜ ਹੇਠ ਕਿਸਾਨੀ ਸੰਘਰਸ਼ ਨੂੰ ਖਤਮ ਕਰਨ ਦੇ ਹੱਥਕੰਡੇ ਵਰਤ ਰਹੀ ਹੈ, ਪਰ ਸਰਕਾਰ ਦੇ ਅੜੀਅਲ ਰਵੱਈਏ ਖਿਲਾਫ ਕਿਸਾਨਾਂ ਅੰਦਰ ਰੋਹ ਭਖਦਾ ਜਾ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਿਆਨ ਰਹੇ ਕਿ ਦਿੱਲੀ ਮੋਰਚੇ ਵਿੱਚ ਬੀਬੀਆਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਘਰਾਂ ਨੂੰ ਵਾਪਸ ਮੁੜਾਂਗੇ। ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਅੱਜ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਲੁਧਿਆਣਾ ਸਥਿਤ ਘਰ ਦਾ ਘਿਰਾਓ ਕੀਤਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਦੀ ਕਣਕ ਦੀ ਲਿਫਟਿੰਗ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਹਨਾਂ ਆਰੋਪ ਲਗਾਇਆ ਕਿ ਅਜੇ ਤੱਕ ਕਣਕ ਚੰਗੀ ਤਰ੍ਹਾਂ ਚੁੱਕੀ ਨਹੀਂ ਗਈ ਤੇ ਨਾ ਹੀ ਕਿਸਾਨਾਂ ਦੀ ਮੰਡੀਆਂ ਵਿੱਚ ਕੋਈ ਸੁਣਵਾਈ ਹੋ ਰਹੀ ਹੈ। ਅਕਾਲੀ ਆਗੂ ਗੁਰਦੀਪ ਸਿੰਘ ਨੇ ਵੀ ਆਰੋਪ ਲਗਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਵਿੱਚ ਹਰ ਫਰੰਟ ਤੇ ਫੇਲ ਹੋਈ ਹੈ। ਇਸ ਮੌਕੇ ਜਥੇਦਾਰ ਹੀਰਾ ਸਿੰਘ ਗਾਵੜੀਆ ਨੇ ਕਿਹਾ ਕਿ ਕੈਪਟਨ ਸਰਕਾਰ ਦਾਅਵੇ ਤਾਂ ਵੱਡੇ ਕਰਤੀ ਹੈ, ਪਰ ਅਸਲ ਵਿੱਚ ਉਸ ਦੀ ਕਾਰਗੁਜ਼ਾਰੀ ਕੁਝ ਵੀ ਨਹੀਂ ਹੈ। ਉਹਨਾਂ ਕਿਹਾ ਕਿ ਕਿਸਾਨ ਮੰਡੀ ਵਿੱਚ ਰੁਲ ਰਹੇ ਹਨ ਤੇ ਉਹਨਾਂ ਦੀ ਫਸਲ ਦੀ ਲਿਫਟਿੰਗ ਨਹੀਂ ਹੋ ਰਹੀ ਹੈ। ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਸਵਾਲ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਸਾਹਮਣੇ ਦੋ ਬਦਲ ਹਨ, ਜਾਂ ਤਾਂ ਅਸੀਂ ਹਾਈ ਕੋਰਟ ਦਾ ਹੁਕਮ ਮੰਨ ਲਈਏ ਜਾਂ ਫਿਰ ਇਸ ਨਿਰਣੇ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਕਰੀਏ, ਪਰ ਸਮੱਸਿਆ ਫਿਰ ਉਹੀ ਹੈ, ਨੀਅਤ ਤੇ ਜਾਣ ਬੁੱਝ ਕੇ ਦੇਰੀ। ਉਹਨਾਂ ਕਿਹਾ ਕਿ ਗੱਲ ਹੋਰ ਸਿੱਟ ਬਣਾਉਣ ਦੀ ਨਹੀਂ, ਸਵਾਲ ਇਹ ਹੈ ਕਿ ਪਿਛਲੇ 6 ਸਾਲਾਂ ਵਿੱਚ ਬਣੀਆਂ ਸਾਰੀਆਂ ਸੀਟਾਂ ਦੀ ਪ੍ਰਾਪਤੀ ਕੀ ਹੈ। ਇਸ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਾਬਲ ਕਲਾਂ ਤੇ ਕੋਟਕਪੂਰਾ ਗੋਲੀकांड ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ੀਆਂ ਨਾਲ ਮਿਲੇ ਹੋਣ ਦੇ ਆਰੋਪ ਲਗਾਏ ਹਨ। ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਐਂਡ ਕੰਪਨੀ ਮੁੱਖ ਮੰਤਰੀ ਦੇ ਸਿਰ ਤੇ ਜਸ਼ਨ ਮਨਾ ਰਹੀ ਹੈ। ਮਾਨ ਨੇ ਕਿਹਾ ਕਿ ਬਰਗਾੜੀ ਤੇ ਬਾਬਲ ਕਲਾਂ ਮਾਮਲੇ ਵਿੱਚ ਇਨਸਾਫ ਦਿਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਬੁਰੀ ਤਰ੍ਹਾਂ ਫੇਲ ਰਹੇ ਹਨ। ਪੰਜਾਬ ਵਿੱਚ ਬੇਅਦਬੀ ਮਾਮਲੇ ਨੂੰ ਲੈ ਕੇ ਨਵੇਂ ਸੰਘਰਸ਼ ਦਾ ਪੇੜ ਵੱਜਣ ਲੱਗਿਆ, ਜਿਸ ਵਾਸਤੇ ਸਿਆਸੀ ਤੇ ਪੰਥਕ ਧਿਰਾਂ ਇਕਜੁੱਟ ਹੋਣ ਲੱਗੀਆਂ ਹਨ। ਪੰਜਾਬ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਘੇਰਾਬੰਦੀ ਲਈ ਦਰਜਨਾਂ ਸਿਆਸੀ ਤੇ ਪੰਥਕ ਆਗੂਆਂ ਨੇ ਇਸ ਮਾਮਲੇ ਤੇ ਵਿਚਾਰ ਚਰਚਾ ਕੀਤੀ। ਹਾਈ ਕੋਰਟ ਵੱਲੋਂ ਕੋਟਕਪੂਰਾ ਗੋਲੀकांड ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਰੱਦ ਕੀਤੇ ਜਾਣ ਮਗਰੋਂ ਪੰਜਾਬ ਦੀ ਸਿਆਸਤ ਵਿੱਚ ਨਵੀਂ ਕਤਾਰਬੰਦੀ ਹੋਣ ਲੱਗੀ ਹੈ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਇਸ ਮਾਮਲੇ ਵਿੱਚ ਇੱਕ ਮੀਟਿੰਗ ਵੀ ਬੁਲਾਈ ਸੀ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਦਲ ਖਾਲਸਾ ਦੇ ਕਮਰਪਾਲ ਸਿੰਘ, ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਪਿਰਮਲ ਸਿੰਘ ਤੋਂ ਇਲਾਵਾ ਬਾਬਲ ਗੋਲੀकांड ਮਾਮਲੇ ਵਿੱਚ ਇੱਕ ਸ਼ਹੀਦ ਦਾ ਬੇਟਾ ਵੀ ਸ਼ਾਮਲ ਹੋਇਆ ਸੀ। ਹੁਣ ਇਹਨਾਂ ਸਾਰੇ ਆਗੂਆਂ ਦੀ ਭਲਕੇ 27 ਅਪ੍ਰੈਲ ਨੂੰ ਮੀਟਿੰਗ ਹੋਣੀ ਹੈ ਤੇ ਨਵੇਂ ਸੰਘਰਸ਼ ਦਾ ਐਲਾਨ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਆਪਸ ਵਿੱਚ ਰਲੇਵਾਂ ਹੋ ਚੁੱਕਾ ਹੈ ਤੇ ਦੋਵੇਂ ਪਾਰਟੀਆਂ ਭੰਗ ਹੋ ਚੁੱਕੀਆਂ ਹਨ। ਇਸ ਕਰਕੇ ਦੋਵਾਂ ਪਾਰਟੀਆਂ ਦਾ ਜਥੇਬੰਦਕ ਢਾਂਚਾ ਤੇ ਸਾਰੇ ਵਿੰਗ ਭੰਗ ਕਰ ਦਿੱਤੇ ਗਏ ਹਨ। ਇਸ ਲਈ ਕੋਈ ਵੀ ਅਹੁਦੇਦਾਰ ਆਪਣੇ ਖੇਤਰ ਵਿੱਚ ਕੋਈ ਵੀ ਨਿਯੁਕਤੀ ਨਾ ਕਰੇ। ਢੀਂਡਸਾ ਨੇ ਕਿਹਾ ਕਿ ਛੇਤੀ ਨਵੀਂ ਪਾਰਟੀ ਦਾ ਐਲਾਨ ਕਰਨ ਤੋਂ ਬਾਅਦ ਨਵਾਂ ਜਥੇਬੰਦਕ ਢਾਂਚਾ ਖੜਾ ਕੀਤਾ ਜਾਵੇਗਾ, ਜਿਸ ਤੋਂ ਬਾਅਦ ਮੁੜ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ। ਉਦੋਂ ਤੱਕ ਉਹਨਾਂ ਦੇ ਸਾਥੀ ਆਪਣੇ ਇਲਾਕੇ ਵਿੱਚ ਲੋਕ ਭਲਾਈ ਦੇ ਕੰਮਾਂ ਵਿੱਚ ਉਸੇ ਤਰ੍ਹਾਂ ਕਾਰਜਸ਼ੀਲ ਰਹਿਣ। ਜ਼ਿਕਰਯੋਗ ਹੈ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਨਵੀਂ ਪਾਰਟੀ ਹੋਂਦ ਵਿੱਚ ਆ ਜਾਵੇਗੀ। ਕੋਰੋਨਾ ਦੇ ਵਧ ਰਹੇ ਪ੍ਰਭਾਵ ਕਾਰਨ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ 10 ਮਈ ਨੂੰ ਕਿਵਾੜ ਖੋਲੇ ਜਾ ਰਹੇ ਸਨ, ਜਿਸ ਲਈ ਟਰਸਟ ਤੇ ਪ੍ਰਸ਼ਾਸਨ ਵੱਲੋਂ ਬਕਾਇਦਾ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਸਨ। ਅਜੇ ਵਿੱਚ ਫੌਜ ਵੱਲੋਂ ਵੀ ਬਰਫ਼ ਹਟਾ ਕੇ ਸੰਗਤ ਲਈ ਰਸਤਾ ਲਗਭਗ ਤਿਆਰ ਕੀਤਾ ਜਾ ਚੁੱਕਾ ਹੈ। ਧਿਆਨ ਰਹੇ ਕਿ ਪਿਛਲੇ ਸਾਲ ਵੀ ਕੋਰੋਨਾ ਕਰਕੇ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਪ੍ਰਭਾਵਿਤ ਹੋਈ ਸੀ। ਇਸ ਸੰਬੰਧੀ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਉਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ
ਦੱਸਿਆ ਕਿ ਉੱਤਰਾਖੰਡ ਵਿੱਚ ਕੋਰੋਨਾ ਕਾਰਨ ਅਜੇ ਹਾਲਾਤ ਪੈਦਾ ਹੋ ਗਏ ਹਨ ਕਿ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਕਰਨਾ ਸੰਭਵ ਹੈ, ਜਿਸ ਲਈ ਟਰਸਟ ਵੱਲੋਂ ਸੰਗਤ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਪਣਾਈ ਗਈ ਪਹੁੰਚ ਤੋਂ ਬਾਅਦ ਭਾਰਤੀ ਸੈਨਾ ਦੀ ਪੱਛਮੀ ਕਮਾਂਡ ਵੱਲੋਂ ਖਰਾਬ ਪਏ ਆਕਸੀਜਨ ਪਲਾਂਟ ਨੂੰ ਚਲਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਬਣਨ ਵਾਲੇ 100 ਬੈੱਡ CSIR ਹਸਪਤਾਲ ਲਈ ਤਕਨੀਕੀ ਤੇ ਸਿਹਤ ਸੇਵਾਵਾਂ ਲਈ ਮਦਦ ਦੀ ਵੀ ਪੇਸ਼ਕਸ਼ ਕੀਤੀ ਗਈ। ਧਿਆਨ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਫੌਜ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ, ਜਿਸ ਵਿੱਚ ਕੋਵਿਡ-19 ਵਿਰੁੱਧ ਲੜੀ ਜਾ ਰਹੀ ਲੜਾਈ ਵਿੱਚ ਉਹਨਾਂ ਕੋਲੋਂ ਮਦਦ ਮੰਗੀ ਗਈ। ਧਿਆਨ ਰਹੇ ਕਿ ਪੰਜਾਬ ਵਿੱਚ ਵੱਧਦੇ ਕੋਰੋਨਾ ਮਾਮਲਿਆਂ ਤੇ ਆਕਸੀਜਨ ਦੀ ਕਮੀ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਫੌਜ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਪੰਜਾਬੀ ਕਹਾਣੀਕਾਰ, ਸਵੈ ਜੀਵਨੀ ਲੇਖਕ ਤੇ ਪੱਤਰਕਾਰ ਪ੍ਰੇਮ ਗੋਰਕੀ ਦਾ ਲੰਘੇ ਕੱਲ੍ਹ ਐਤਵਾਰ ਨੂੰ ਅਚਾਨਕ ਦੇਹਾਂਤ ਹੋ ਗਿਆ। ਗੋਰਕੀ ਜ਼ੀਰਕਪੁਰ ਵਿੱਚ ਰਹਿ ਰਹੇ ਸਨ ਤੇ ਉਹਨਾਂ ਦਾ ਜਨਮ 15 ਜੂਨ 1947 ਨੂੰ ਹੋਇਆ ਸੀ। ਉਹਨਾਂ ਨੇ ਪੰਜਾਬ ਦੇ ਦਲਿਤ ਸਮਾਜ ਦੇ ਅਣਗੌਲੇ ਜੀਵਨ ਨੂੰ ਲਿਖਤਾਂ ਵਿੱਚ ਮੂਰਤੀਮਾਨ ਕੀਤਾ। ਉਹ ਆਪਣੇ ਪਲੇਠੇ ਕਹਾਣੀ ਸੰਗ੍ਰਹਿ ਮਿੱਟੀ ਰੰਗੇ ਲੋਕ ਤੇ ਨੋਵਲੈਟ ਤਿੱਤਰ ਖੰਬੀ ਜੂ ਨਾਲ ਚਰਚਾ ਵਿੱਚ ਆਏ। ਉਹਨਾਂ ਨੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਕਲਮ ਰਾਹੀਂ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ। ਉਹਨਾਂ ਆਪਣੀ ਜੀਵਨ ਗਾਥਾ ਵਿੱਚ ਉਹ ਸਾਰੇ ਦੁੱਖ ਤੇ ਤਸੀਹੇ ਦਰਸਾਏ ਹਨ ਜਿਨ੍ਹਾਂ ਨੇ ਉਹਨਾਂ ਨੂੰ ਇੱਕ ਸਾਹਿਤਕਾਰ ਬਣਾ ਦਿੱਤਾ। ਗੋਰਕੀ ਦੇ ਦੇਹਾਂਤ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਸਣੇ ਬਹੁਤ ਸਾਰੇ ਸਾਹਿਤਕਾਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਮੁਫਤ ਟੀਕੇ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਦਿੱਲੀ ਸਰਕਾਰ ਨੇ 1 ਕਰੋੜ 34 ਲੱਖ ਟੀਕਿਆਂ ਦੀ ਖਰੀਦ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਸੀ ਕਿ ਇਹ ਯਕੀਨੀ ਬਣਾਉਣ ਦਾ ਯਤਨ ਕਰਾਂਗੇ ਕਿ ਜਲਦ ਤੋਂ ਜਲਦ ਵੈਕਸੀਨ ਲੋਕਾਂ ਨੂੰ ਦਿੱਤੀ ਜਾ ਸਕੇ। ਇਸੇ ਦੌਰਾਨ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਗਰੀਬ ਲੋਕਾਂ ਦਾ ਮੁਫਤ ਟੀਕਾਕਰਨ ਕਰਵਾਏਗੀ ਤੇ ਇਸ ਵਾਸਤੇ ਮੁੱਖ ਮੰਤਰੀ ਰਾਹਤ ਫੰਡ ਦੀ ਵਰਤੋਂ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਪਹਿਲਾਂ ਕੇਂਦਰ ਸਰਕਾਰ ਤੋਂ ਇਸ ਵਾਸਤੇ ਫੰਡਾਂ ਦੀ ਮੰਗ ਕੀਤੀ ਸੀ, ਪਰ ਕੇਂਦਰ ਦੇ ਮੱਠੇ ਹੁੰਗਾਰੇ ਮਗਰੋਂ ਪੰਜਾਬ ਸਰਕਾਰ ਨੇ ਅਜੇ ਫੈਸਲਾ ਲਿਆ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਸਿਹਤ ਵਿਭਾਗ ਨੂੰ 18 ਤੋਂ 45 ਸਾਲ ਉਮਰ ਵਰਗ ਦੇ ਵਿਅਕਤੀਆਂ ਦੇ ਟੀਕਾਕਰਨ ਲਈ ਕੋਵਿਸ਼ੀਲਡ ਦੀਆਂ 30 ਲੱਖ ਖੁਰਾਕਾਂ ਦਾ ਆਰਡਰ ਦੇਣ ਦੇ ਨਿਰਦੇਸ਼ ਦਿੱਤੇ ਹਨ। ਸੰਯੁਕਤ ਅਰਬ ਅਮੀਰਾਤ ਵਿੱਚ ਬੁਰਜ ਖਲੀਫਾ ਸਮੇਤ ਪ੍ਰਸਿੱਧ ਇਤਿਹਾਸਕ ਥਾਵਾਂ ਨੂੰ ਕੋਵਿਡ-19 ਖਿਲਾਫ ਭਾਰਤ ਦੀ ਜੰਗ ਵਿੱਚ ਮੁਲਕ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਤਿਰੰਗੇ ਦੇ ਰੰਗਾਂ ਨਾਲ ਰੋਸ਼ਨ ਕੀਤਾ ਗਿਆ। ਭਾਰਤ ਵਿੱਚ 28 ਲੱਖ ਤੋਂ ਵੱਧ ਵਿਅਕਤੀ ਹਾਲੇ ਵੀ ਕੋਰੋਨਾ ਤੋਂ ਪੀੜਤ ਹਨ। ਦੁਬਈ ਵਿੱਚ ਆਬੂ ਧਾਬੀ ਨੈਸ਼ਨਲ ਆਇਲ ਕੰਪਨੀ ਦਾ ਮੁੱਖ ਦਫ਼ਤਰ ਤੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੂੰ ਕੋਵਿਡ-19 ਦੀ ਦੂਜੀ ਲਹਿਰ ਖਿਲਾਫ ਭਾਰਤ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਭਾਰਤੀ ਝੰਡੇ ਦੇ ਰੰਗਾਂ ਨਾਲ ਰੋਸ਼ਨ ਕੀਤਾ ਗਿਆ। UAE ਵਿਚਲੇ ਭਾਰਤੀ ਸਫਾਰਤਖਾਨੇ ਨੇ ਟਵੀਟ ਕੀਤਾ, ਕੋਵਿਡ-19 ਖਿਲਾਫ ਜੰਗ ਲੜ ਰਹੇ ਭਾਰਤ ਨੂੰ ਉਸ ਦਾ ਦੋਸਤ UAE ਸ਼ੁਭਕਾਮਨਾਵਾਂ ਭੇਜਦਾ ਹੈ। ਆਪਣਾ ਸਮਰਥਨ ਪ੍ਰਦਰਸ਼ਿਤ ਕਰਨ ਲਈ ਦੁਬਈ ਵਿੱਚ ਚਮਕਦੇ ਬੁਰਜ ਖਲੀਫਾ ਨੂੰ ਭਾਰਤ ਦੇ ਝੰਡੇ ਦੇ ਰੰਗਾਂ ਨਾਲ ਰੋਸ਼ਨ ਕੀਤਾ ਗਿਆ। ਸਫਾਰਤਖਾਨੇ ਨੇ ਬੁਰਜ ਖਲੀਫਾ ਦਾ ਇੱਕ ਵੀਡੀਓ ਵੀ ਟਵੀਟ ਕੀਤਾ ਹੈ। ਭਾਰਤ ਵਿੱਚ ਹੈਰਾਨੀਜਨਕ ਢੰਗ ਨਾਲ ਵਧੇ ਕੋਰੋਨਾ ਮਾਮਲਿਆਂ ਕਾਰਨ ਵੈਕਸੀਨ, ਆਕਸੀਜਨ, ਵੈਂਟੀਲੇਟਰਾਂ ਤੇ ਦਵਾਈਆਂ ਦੀ ਪੂਰਤੀ ਲਈ ਅਮਰੀਕਾ ਸਮੇਤ ਹੋਰ ਕਈ ਦੇਸ਼ਾਂ ਨੇ ਮਦਦ ਲਈ ਹੱਥ ਵਧਾਇਆ ਹੈ। ਅਮਰੀਕਾ ਦੇ ਕੌਮੀ ਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਆਪਣੇ ਭਾਰਤੀ ਹਮਰੁਤਬਾ ਅਜੀਤ ਡੋਵਾਲ ਨੂੰ ਦੱਸਿਆ ਕਿ ਉਹਨਾਂ ਦਾ ਦੇਸ਼ ਭਾਰਤ ਨੂੰ ਵੈਕਸੀਨ ਦੇਣ ਵਾਸਤੇ ਤਿਆਰ ਹੈ। ਸੁਲੀਵਨ ਨੇ ਡੋਵਾਲ ਨੂੰ ਕਿਹਾ ਕਿ ਅਮਰੀਕਾ ਕੋਵਿਸ਼ੀਲਡ ਵੈਕਸੀਨ ਤੇ ਆਕਸਫੋਰਡ ਦੀ ਐਸਟਰਾਜੈਨਿਕ ਵੈਕਸੀਨ ਤਿਆਰ ਕਰਨ ਲਈ ਭਾਰਤ ਨੂੰ ਕੱਚਾ ਮਾਲ ਦੇਵੇਗਾ। ਇਸ ਤੋਂ ਇਲਾਵਾ ਟੈਸਟ ਕਿੱਟਾਂ, ਵੈਂਟੀਲੇਟਰ ਤੇ ਨਿੱਜੀ ਰੱਖਿਆ ਸਾਜ਼ੋ ਸਮਾਨ ਦੀ ਸਪਲਾਈ ਕਰੇਗਾ। ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਬੁਲਾਰੇ ਐਮਿਲੀ ਹੌਰਨ ਨੇ ਕਿਹਾ ਕਿ ਜਿਸ ਤਰ੍ਹਾਂ ਮਹਾਮਾਰੀ ਦੇ ਸ਼ੁਰੂ ਵਿੱਚ ਭਾਰਤ ਨੇ ਅਮਰੀਕਾ ਨੂੰ ਮਦਦ ਭੇਜੀ ਸੀ, ਬਿਲਕੁਲ ਉਸੇ ਤਰ੍ਹਾਂ ਅਮਰੀਕਾ ਇਸ ਮੁਸ਼ਕਿਲ ਸਮੇਂ ਵਿੱਚ ਭਾਰਤ ਦੀ ਮਦਦ ਕਰਨ ਲਈ ਵਚਨਬੱਧ ਹੈ। ਫਿਲਹਾਲ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਨਿਊ ਸਮਾਈਲ ਡੈਂਚਰ ਕਲੀਨਿਕ, ਇੱਥੇ ਕੰਪਲੀਟ ਡੈਂਚਰ, ਪਾਰਸ਼ੀਅਲ ਡੈਂਚਰ, ਫਲੈਕਸੀਬਲ ਡੈਂਚਰ, ਇਮੀਡੀਏਟ ਡੈਂਚਰ ਤੇ ਇੰਪਲਾਂਟਡ ਡੈਂਚਰ ਕੀਤੇ ਜਾਂਦੇ ਹਨ। ਡੈਂਚਰ ਰਿਲੇਟਡ ਸਾਰਾ ਕੰਮ ਸਾਡੀ ਲੈਬ ਦੇ ਵਿੱਚ ਹੀ ਹੁੰਦਾ ਹੈ, ਇਸ ਲਈ ਕੁਆਲਿਟੀ ਵਧੀਆ ਤੇ ਕੀਮਤਾਂ ਮੁਨਾਸਿਬ ਹੁੰਦੀਆਂ ਹਨ। ਸਾਡੇ ਨਾਲ ਡੈਂਟਿਸਟ ਦੀ ਪੂਰੀ ਟੀਮ ਜੁੜੀ ਹੋਈ ਹੈ। ਦੰਦ ਕਢਵਾਉਣ ਲਈ ਜਾਂ ਲਗਵਾਉਣ ਲਈ ਜਾਂ ਫਿਰ ਇੰਪਲਾਂਟਡ ਡੈਂਚਰ ਕਰਵਾਉਣ ਲਈ ਹਮੇਸ਼ਾ ਯਾਦ ਰੱਖੋ ਨਿਊ ਸਮਾਈਲ ਡੈਂਚਰ ਕਲੀਨਿਕ। ਡੈਂਚਰ ਰਿਲੇਟਡ ਸਾਰੀਆਂ ਜ਼ਰੂਰਤਾਂ ਲਈ ਕਾਲ ਕਰੋ 416 746 4500। ट्रैफिक टिकटां, स्पीडिंग दी टिकट, स्टंट ड्राइविंग, केयरलैस ड्राइविंग, सस्पेंडेड लाइसेंस ते गड्डी चलाउणा जां फिर रेड लाइट कैमरे दी टिकट होवे। पॉइंट सेवर दे कानूनी एक्सपर्ट अफोर्डेबल ऑप्शनां नाल तुहाडे जुर्माने घट जां फिर माफ करवा सकदे हन। ਇਹ ਹਾਰੇ ਹੋਏ ਕੇਸਾਂ ਦੀ ਅਪੀਲ ਵੀ ਕਰਦੇ ਹਨ। ਟ੍ਰੈਫਿਕ ਟਿਕਟਾਂ ਨਾਲ ਆਪ ਨਜਿੱਠਣ ਦੀ ਬਜਾਏ ਪੁਆਇੰਟ ਸੇਵਰ ਦੇ ਐਕਸਪਰਟਸ ਨੂੰ ਕਾਲ ਕਰੋ 844 764
6877 844 764 6877। ਨਵਾਂ ਫੈਸਲਾ ਕੀਤਾ ਗਿਆ ਹੈ ਜਿਸ ਦੇ ਵਿੱਚ ਕਿ ਓਨਟਾਰੀਓ ਕੰਸੀਡਰ ਕਰਦਾ ਪਿਆ ਹੈ ਕਿ 50% ਵੈਕਸੀਨ ਸਪਲਾਈ ਜਿਹੜੀ ਹੈ ਹੌਟ ਸਪੌਟਸ ਦੇ ਵਿੱਚ ਭੇਜੀ ਜਾਏਗੀ, ਟੋਰਾਂਟੋ ਔਰ ਪੀਲ ਵਰਗਿਆਂ ਦੇ ਵਿੱਚ। ਔਰ ਇਹ ਜਿਹੜਾ ਫੈਸਲਾ ਹੁਣ ਲਿਆ ਜਾ ਰਿਹਾ, ਓਨਟਾਰੀਓ ਦੇ ਹੈਲਥ ਮਿਨਿਸਟਰ ਦਾ ਕਹਿਣਾ ਹੈ ਕਿ ਸਰਕਾਰ ਇਸ ਗੱਲ ਨੂੰ ਸਟਰੋਂਗਲੀ ਕੰਸੀਡਰ ਕਰਦੀ ਪਈ ਹੈ ਕਿ ਪ੍ਰੋਵਿੰਸ ਸਾਇੰਸਿਸ ਦੀ ਜਿਹੜੀ ਐਡਵਾਈਜ਼ਰੀ ਟੇਬਲ ਹੈ ਉੱਥੇ ਵੀ ਗੱਲਬਾਤ ਕੀਤੀ ਜਾ ਰਹੀ ਕਿ 50% ਜਿਹੜੀ ਵੈਕਸੀਨ ਸਪਲਾਈ ਹੈ ਕੋਵਿਡ ਦੇ ਹੌਟ ਸਪੌਟ ਨੂੰ ਭੇਜੀ ਜਾਏ। ਔਰ ਇਸ ਦੇ ਨਾਲ ਅਸੀਂ 20% ਜਿਹੜਾ ਹੈ ਇਨਫੈਕਸ਼ਨ ਤੋਂ ਬਚਾ ਸਕਦੇ ਹਾਂ ਔਰ 16 ਤੋਂ 59 ਸਾਲ ਦੇ ਵਿੱਚ 20% ਇਨਫੈਕਸ਼ਨ ਤੋਂ ਬਚਾ ਹੋ ਸਕਦਾ ਹੈ ਤੇ 18% ਓਵਰਆਲ ਇਨਫੈਕਸ਼ਨ ਦੇ ਵਿੱਚ ਬਚਾ ਹੋ ਸਕਦਾ ਹੈ। ਔਰ ਇਸ ਦੇ ਨਾਲ ਜਿਹੜੇ ਐਸੈਂਸ਼ੀਅਲ ਵਰਕਰਸ ਨੇ ਹੌਟ ਸਪੌਟਸ ਦੇ ਵਿੱਚ ਉਹਨਾਂ ਨੂੰ ਵੀ ਇੰਜੈਕਸ਼ਨਸ ਲੱਗ ਜਾਣਗੇ ਤੇ ਇਨਫੈਕਸ਼ਨਸ, ਹਸਪੀਟਲਾਈਜੇਸ਼ਨਸ, ICU ਐਡਮਿਸ਼ਨਸ, ਇਸ ਸਭ ਦਾ ਜਿਹੜਾ ਬਚਾ ਹੋ ਸਕਦਾ ਹੈ। ਸਾਇੰਸ ਐਡਵਾਈਜ਼ਰੀ ਟੇਬਲ ਜਿਹੜਾ ਹੈ ਉਸਨੇ ਹੁਣ ਵੈਕਸੀਨ ਦੀ ਹੌਟ ਸਪੌਟਿੰਗ ਦੇ ਉੱਪਰ ਬਹੁਤ ਜ਼ੋਰ ਦਿੱਤਾ ਹੈ ਔਰ ਇਸ ਦੇ ਨਾਲ ਜਿਹੜੇ ICU ਦੇ ਐਡਮਿਸ਼ਨਸ ਵਗੈਰਾ ਵੀ ਘਟਣਗੇ, ਡੈਥਸ ਵਗੈਰਾ ਘਟਣਗੀਆਂ। ਔਰ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਟੋਰਾਂਟੋ ਔਰ ਪੀਲ ਦੇ ਵਿੱਚ ਜਿਹੜੀ ਹੈ ਵੈਕਸੀਨ ਜ਼ਿਆਦਾ ਆ ਜਾਏਗੀ ਔਰ ਆਲਰੇਡੀ 25 ਕੋਵਿਡ-19 ਦੇ ਹੌਟ ਸਪੌਟਸ ਜਿਹੜੇ ਨੇ ਉਹ ਦੇਖੇ ਗਏ ਨੇ ਜਿਹੜੇ ਕਿ ਪ੍ਰੋਵਿੰਸ ਦੇ ਵਿੱਚ ਹੈਗੇ ਆ ਜਿੱਥੇ ਕਿ ਇਹ ਵੈਕਸੀਨ ਹੁਣ ਸਪਲਾਈ ਕੀਤੀ ਜਾਏਗੀ। ਤੇ ਬੜੀ ਚੰਗੀ ਖਬਰ ਕਿ 50% ਜਿਹੜੀ ਵੈਕਸੀਨ ਹੈ ਟੋਰਾਂਟੋ ਪੀਲ ਵਰਗੇ ਹੌਟ ਸਪੌਟਸ ਨੂੰ ਦਿੱਤੇ ਜਾਣ ਦਾ ਫੈਸਲਾ ਕੀਤਾ ਜਾ ਰਿਹਾ ਹੈ। ਸਾਇੰਸ ਸਵੀਟ ਫੈਕਟਰੀ ਤੁਹਾਡੇ ਇੰਨੇ ਸਾਲਾਂ ਦੇ ਸਾਥ ਤੇ ਵਿਸ਼ਵਾਸ ਲਈ ਧੰਨਵਾਦ ਕਰਦਾ ਹੈ। ਅੱਜ ਅਸੀਂ ਇਸ ਕਾਬਲ ਹਾਂ ਕਿ 500-1000 ਡੱਬੇ ਦਾ ਆਰਡਰ ਫਿਊ ਆਵਰਸ ਵਿੱਚ ਰੈਡੀ ਕਰਦੇ ਹਾਂ। ਸੋ ਆਰਡਰ ਛੋਟਾ ਹੋਵੇ ਜਾਂ ਵੱਡਾ, ਆਲਵੇਜ਼ ਰਿਮੈਂਬਰ ਪਿਓਰ ਵੈਜੀਟੇਰੀਅਨ, ਹਾਈਲੀ ਹਾਈਜੀਨਿਕ, HACCP and GMP certified Samosa and Sweet Factory, 1850 Albion Road, Unit 6, Etobicoke. Call 416-241-2600 or 416-213-1165 or visit samosasweetfactory.com. ਕੈਨੇਡਾ ਵਿੱਚ ਸਾਡੀ ਹੋਰ ਕੋਈ ਲੋਕੇਸ਼ਨ ਨਹੀਂ, ਸੋ beware of copycats. ਖਬਰ ਹੋਵੇ ਰਾਸ਼ਟਰੀ ਚਾਹੇ ਅੰਤਰਰਾਸ਼ਟਰੀ, ਹੋਵੇ ਤੁਹਾਡੇ ਦੇਸ਼ ਦੀ ਭਾਵੇਂ ਪ੍ਰਦੇਸ਼ ਦੀ, ਸਹੀ ਅਤੇ ਸਟੀਕ ਜਾਣਕਾਰੀ ਅਸੀਂ ਕਰਾਂਗੇ ਪੇਸ਼। ਨਾ ਹੀ ਹੋਵਾਂਗੇ ਲੇਟ, ਨਾ ਹੀ ਕਰਨੀ ਪਵੇਗੀ ਵੇਟ। ਦੇਖੋ ਰਜਿੰਦਰ ਸੈਣੀ ਨਾਲ ਸਹੀ 8 ਵਜੇ ਟੌਪ 8 at 8। ਮੈਂ ਪ੍ਰਭਜੋਤ ਮਾਹਲ ਰੀਮੈਕਸ ਰੀਅਲ ਏਸਟੇਟ ਸੈਂਟਰ ਨਾਲ ਕੰਮ ਕਰਦਾ। ਕੀ ਤੁਸੀਂ ਘਰ ਵੇਚਣ ਜਾਂ ਖਰੀਦਣ ਬਾਰੇ ਸੋਚ ਰਹੇ ਹੋ? ਕੀ ਤੁਹਾਡਾ ਇਨਵੈਸਟਮੈਂਟ ਕਰਨ ਦਾ ਮਨ ਹੈ? ਗ੍ਰੇਟਰ ਟੋਰਾਂਟੋ ਏਰੀਆ ਹੋਵੇ ਜਾਂ ਸਾਊਥ ਵੈਸਟਰਨ ਓਨਟਾਰੀਓ, ਕਿਤੇ ਵੀ ਤੁਸੀਂ ਘਰ ਵੇਚ ਰਹੇ ਹੋ, ਖਰੀਦਣਾ ਜਿਸ ਤਰ੍ਹਾਂ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀ, ਤੁਹਾਨੂੰ ਅਸੀਂ ਇੰਟਰਵਿਊ ਸੁਣਾਉਣ ਜਾ ਰਹੇ ਹਾਂ। ਜੀ ਡਾਕਟਰ ਨਵੀਦ ਮੁਹੰਮਦ ਜਿਹੜੇ ਵਿਲੀਅਮ ਆਸਟਰਲ ਹੈਲਥ ਸਿਸਟਮ ਦੇ ਪ੍ਰੈਜ਼ੀਡੈਂਟ ਐਂਡ CEO ਨੇ, ਬੜੀ ਹੀ ਅਹਿਮ ਜਾਣਕਾਰੀ ਦੇਣਗੇ ਇਸ ਇੰਟਰਵਿਊ ਵਿੱਚ ਕਿ ਕੀ ਸਿਚੁਏਸ਼ਨ ਹੈ ਬਰੈਂਪਟਨ ਦੇ ਵਿੱਚ ਇਸ ਵੇਲੇ ਬੈਡਸ ਦੀ, ਵੈਕਸੀਨੇਸ਼ਨ ਦੀ। ਇਹ ਐਕਸਕਲੂਸਿਵ ਇੰਟਰਵਿਊ ਉਹਨਾਂ ਨੇ ਪ੍ਰਵਾਸੀ ਨਾਲ ਕੀਤੀ ਹੈ ਜਿਹੜੀ ਤੁਹਾਡੇ ਲਈ ਅਸੀਂ ਪੇਸ਼ ਕਰ ਰਹੇ ਹਾਂ। ਪਲੀਜ਼ ਧਿਆਨ ਨਾਲ। ਸਾਡੀ ਆਪਣੀ ਜ਼ੁਬਾਨ ਵੀ ਬੋਲਦੇ ਆ
ਔਰ ਜਦੋਂ ਸਾਡੀ ਆਪਣੀ ਜ਼ੁਬਾਨ ਬੋਲਦੇ ਆ, ਆਪਣਾ ਕਲਚਰ ਹੈ, ਤੇ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਜਿਹੜੀਆਂ ਅਸੀਂ ਜੀਨਸ ਨਾਲ ਲੈ ਕੇ ਇੱਥੇ ਆਉਂਦੇ ਹਾਂ, ਉਹਨਾਂ ਨੂੰ ਵੀ ਅੰਡਰਸਟੈਂਡ ਕਰਦੇ ਆ। ਪਰ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਉਹ ਬੜੀ ਹੀ ਅਨਪ੍ਰੈਸੀਡੈਂਟਡ ਹੈ, ਔਰ ਪਿਛਲੇ 1 ਸਾਲ ਤੋਂ ਸਵਾ ਸਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਕੋਵਿਡ-19 ਨੇ ਬਹੁਤ ਬੁਰੀ ਤਰ੍ਹਾਂ ਨਾਲ ਪੀਲ ਇਲਾਕੇ ਨੂੰ ਖਾਸ ਤੌਰ ਦੇ ਉੱਤੇ ਘੇਰਿਆ ਹੋਇਆ ਹੈ। ਨੰਬਰ ਵੱਧ ਰਿਹਾ ਹੈ, ਹਾਈਐਸਟ ਸਾਡਾ ਇੱਥੇ ਦਾ ਇਨਫੈਕਸ਼ਨ ਰੇਟ ਹੈ ਇਸ ਵੇਲੇ। ਔਰ ਅੱਜ ਵੀ ਤੁਸੀਂ ਦੇਖ ਲਓ 877 ਜਿਹੜੇ ICU ਦੇ ਬੈੱਡਸ ਹੈ ਉਹ ਭਰੇ ਹੋਏ ਹੈ ਇਸ ਕੋਵਿਡ-19 ਕਰਕੇ। ਲਗਭਗ 600 ਲੋਕ ਅੱਜ ਵੀ ਜੋ ਰਿਪੋਰਟ ਆਈ ਹੈ ਉਹ ਵੈਂਟੀਲੇਟਰ ਤੇ ਹੈ। तो ਹਸਪਤਾਲਾਂ ਉੱਤੇ ਜਿਹੜਾ ਪ੍ਰੈਸ਼ਰ ਇੰਨਾ ਵੱਧ ਗਿਆ ਹੈ, ਔਰ ਖਾਸ ਤੌਰ ਤੇ ਅਗਰ ਬਰੈਂਪਟਨ ਦੀ ਗੱਲ ਕਰੀਏ ਤੇ ਬਰੈਂਪਟਨ ਜਿੱਥੇ ਸਭ ਤੋਂ ਹਾਈਐਸਟ ਇਨਫੈਕਸ਼ਨ ਰੇਟ ਹੈ, ਉੱਥੇ ਸਾਡੀ ਜਿਹੜੀ ਹੈਲਥ ਵਿਵਸਥਾ ਹੈ ਉਹ ਆਲਰੇਡੀ ਬੜੀ ਹੀ ਜ਼ਿਆਦਾ ਚਿੰਤਾਜਨਕ ਹੈ, ਕਿਉਂਕਿ ਸਾਡੇ ਕੋਲ ਲੈ ਦੇ ਕੇ ਇੱਕ ਹਸਪਤਾਲ ਹੈ ਔਰ ਸਾਰਾ ਪ੍ਰੈਸ਼ਰ ਇਸ ਹਸਪੀਟਲ ਤੇ ਹੈ। तो डॉक्टर नवीद मोहम्मद जी ना सिर्फ ब्रैम्पटन बल्कि पील मेमोरियल ਜਿਹੜਾ अर्जेंट केयर सेंटर है, ਈਟੋਬੀਕੋ हॉस्पिटल है, ਤਿੰਨਾਂ ਨੂੰ ਹੈਡ ਕਰਦੇ ਆ। तो मैं बड़े ਦਿਨ ਤੋਂ ਸੋਚ ਰਿਹਾ ਸੀ ਇਹਨਾਂ ਨਾਲ ਗੱਲ ਕਰੀਏ, ਇੱਕ ਮੋٹے ਤੌਰ ਤੇ ਜਾਇਜ਼ਾ ਲਈਏ ਕਿ ਅਸੀਂ ਕਿੱਥੇ ਇਸ ਵੇਲੇ ਖੜੇ ਆ। ਡਾਕਟਰ ਸਾਹਿਬ ਤੁਹਾਡਾ ਸਵਾਗਤ ਕਰਦੇ ਆ, ਵੈਲਕਮ ਕਰਦੇ ਆ। सत श्री अकाल, नमस्ते, अस्सलाम वालेकुम। और नो डाउट बहुत टफ ਤੁਸੀਂ ਇਸ ਸਮੇਂ ਚੋਂ ਨਿਕਲ ਰਹੇ ਹੋ, ਤੁਸੀਂ ਔਰ ਤੁਹਾਡਾ ਸਟਾਫ। ਰਿਸੋਰਸਿਸ ਬੜੇ ਲਿਮਟਿਡ ਹੈ, ਜ਼ਿੰਮੇਵਾਰੀਆਂ ਬੜੀਆਂ ਵੱਡੀਆਂ ਹੈ, लेकिन जो सिचुएशन इस वेले खास तौर पे ब्रैम्पटन हॉस्पिटल दी है या ईटोबीको दसना चाहो सानू की सिचुएशन है इस वेले? इस वक्त सिचुएशन पिछले हफ्ते से थोड़ी सी बेहतर है, मगर अभी भी टफ है। पूरे हमारे विलियम ओसलर जो है ईटोबीको और ब्रैम्पटन के बीच में इस वक्त 180 से ज्यादा कोविड पेशेंट्स हैं जो इस वक्त एक्टिव कोविड हैं, यानी कि उनको आइसोलेट करना पड़ रहा है, वो बीमार हैं। 183, जिसमें से 109 जो हैं वो ब्रैम्पटन सिविक में हैं जी। और 13 मरीज हमारे ब्रैम्पटन सिविक के ICU में हैं जो कोविड के मरीज हैं, और 6 मरीज EGH के ईटोबीको जनरल के ICU में हैं। मगर आपको ये मैं एक और बात बताना चाहता हूँ कि पिछले 2 हफ्तों में हमने 190 कोविड पेशेंट्स दूसरे अस्पतालों में भेजे हैं, क्योंकि दूसरे अस्पताल जो हैं वो हमारी मदद कर रहे हैं। पूरे ओंटारियो में कुछ मरीजों को तो हमने नियाग्रा फॉल, लंदन, किंगस्टन, विंजर तक भेजा है, क्योंकि हमारे पास जगह नहीं है। तो अगर वो उनको भी अगर आप काउंट करो तो पिछले 10 दिन में ऑलमोस्ट 400 से ज्यादा कोविड पेशेंट्स हमने दाखिल किए हैं। अब इसमें ये वो पेशेंट इंक्लूडेड नहीं है जिनको हम इमरजेंसी में से घर भेज देते हैं, क्योंकि हर मरीज को हम दाखिल नहीं करते हैं। मगर इस वक्त कोविड का प्रेशर हमारे अस्पताल में बहुत ज्यादा है। हम लोग टेस्टिंग भी कर रहे हैं। इस साल जब से ये कोविड शुरू हुआ 1 साल हो गया, हमने 4 लाख से ज्यादा 402,000 4,02,000 टेस्ट कर लिए हैं, और वैक्सीन्स भी हम जो हैं कर रहे हैं। आज इस हफ्ते जो है, यानी कि आज नहीं कल जब दिन खत्म होगा, कल 5-6 बजे हमारी 100,000 यानी कि 1 लाख वैक्सीन्स हमने विलियम ओसलर में, ईटोबीको में हमारा सेंटर है, ब्रैम्पटन में सेंटर है, 1 लाख वैक्सीन्स भी लगा दी हैं। तो कोशिश तो हम बहुत कर रहे हैं कि सबको वैक्सीनेट करें। ट्रिलियम भी हमारी हेल्प कर रहा है, वो भी वैक्सीनेट कर रहे हैं, पील पब्लिक साहब भी वैक्सीनेट कर रहे हैं। मगर सिचुएशन अस्पताल में बहुत सीरियस है इस वक्त। और आपने शायद सुना भी होगा कि एक बच्ची की 13 साल की बच्ची डेथ हो गई थी थर्सडे को। हाँ। तो यानी कि स्टाफ जो है बहुत दुखी है, मगर फिर भी 100% हम लोग फुल काम कर रहे हैं, फुल कोशिश कर रहे हैं कि अपनी कम्युनिटी को हम सर्व करें। ये आपने जो डॉक्टर साहब बात करी, ये 13 साल की बच्ची, बड़ी प्यारी बच्ची, हम उसकी तस्वीर देख रहे थे अभी, कितनी खूबसूरत, कितनी प्यारी ये बच्ची। तो इसका मतलब डॉक्टर साहब ये हुआ कि ये बड़ी मिसकंसेप्शन थी लोगों को कि 80-85 या इसके ऊपर के जो बुजुर्ग हैं उनको ही कोविड-19 खतरनाक है, तो कोई भी बचा नहीं इस कोविड से। फिर देखो, वेव 1 में जो कोविड का वायरस था वो बिल्कुल सही था कि वो जो ज्यादा उम्र के लोग थे, 80, 85, 70 से ऊपर,
उनको ज़रा इम्पैक्ट करता था। मगर जब से ये वेरिएंट्स आए हैं, ब्राज़ीलियन वेरिएंट, ब्रिटिश वेरिएंट, साउथ अफ्रीकन वेरिएंट, और अब आपने सुना है कि इंडिया में भी देखो कितनी प्रॉब्लम हो रही है वेरिएंट्स के साथ। ये जो डिफरेंट म्यूटेशंस हैं, जो कोविड का वायरस अपने आप को चेंज कर लेता है, इससे जिस उम्र में आपको लगेगा उस उम्र में खतरा हो सकता है। और देखो, मैं चाहता हूं कि हमारी जो कम्युनिटी है, जो हमारे इंडियन, पाकिस्तानी, बंगाली, श्रीलंकन भाई बहन जो हमारे ब्रैम्पटन और एटोबिक में रहते हैं, वो बुरा नहीं मनाएं, मगर हमें बहुत एहतियात करना पड़ेगा, केयरफुल होना पड़ेगा। अभी भी मैं ब्रैम्पटन में रहता हूँ, मैं चिंकूजी और स्टील्स के पास रहता हूँ। अगर आप बाहर निकलो तो अभी भी मैं देखता हूँ कि लोग जो हैं 100% केयरफुल नहीं हैं, और ये इतना डेंजरस वायरस है इस वक्त कि हमें बहुत केयरफुल होना पड़ेगा, हमें बहुत एहतियात करना पड़ेगा। नॉट ओनली कि हमारे माँ बाप और हमारे यानी कि दादा दादा ਸਾਰੀ ਗੱਲਬਾਤ ਤੁਹਾਨੂੰ ਸੁਣਾਈ ਹੈ ਡਾਕਟਰ ਨਵੀਦ ਮੁਹੰਮਦ ਦੇ ਨਾਲ ਗੱਲਬਾਤ ਕੀਤੀ ਗਈ ਸੀਗੀ। ਥੋੜੀ ਜਿਹੀ ਵੈਕਸੀਨਸ ਦੀ ਤੁਹਾਡੇ ਨਾਲ ਗੱਲ ਕਰੀਏ ਕਿ ਵੈਕਸੀਨਸ ਵਾਸਤੇ ਜਿਹੜੇ ਪੌਪ-ਅਪ ਕਲੀਨਿਕ ਸ਼ੁਰੂ ਕੀਤੇ ਜਾ ਰਹੇ, ਜਿੱਥੇ ਕਿ ਫਾਇਰ ਫਾਈਟਰਸ ਔਰ ਪੈਰਾਮੈਡਿਕਸ ਦੀ ਮਦਦ ਲਿੱਤੀ ਜਾਏਗੀ। ਪੈਰਾਮੈਡਿਕਸ ਜਿਹੜੇ ਨੇ ਵੈਕਸੀਨ ਲੋਡਰਸ ਔਰ ਇਮਿਊਨਾਈਜ਼ਰਸ ਵਜੋਂ ਕੰਮ ਕਰਨਗੇ, ਜਦ ਕਿ ਜਿਹੜੇ ਫਾਇਰ ਫਾਈਟਰਸ ਨੇ ਉਹ ਲੌਜਿਸਟਿਕਸ ਨੂੰ ਮੈਨੇਜ ਕਰਨਗੇ, ਕਲਾਇੰਟਸ ਨੂੰ ਸਕਰੀਨ ਕਰਨਗੇ, ਰਜਿਸਟ੍ਰੇਸ਼ਨ ਕਰਨਗੇ ਔਰ ਆਫਟਰ ਕੇਅਰ ਦਾ ਜਿਹੜੇ ਸਪੋਰਟ ਦੇਣਗੇ। ਔਰ ਇਹ ਸਾਰੇ ਜਿਹੜੇ ਹੈ ਪੌਪ-ਅਪ ਕਲੀਨਿਕ ਜਿਹੜੇ ਸੈਟਅਪ ਕੀਤੇ ਜਾ ਰਹੇ ਹੈ। ਔਰ ਉਸ ਤੋਂ ਇਲਾਵਾ ਫਾਈਜ਼ਰ ਦਾ ਇੱਕ ਪਾਇਲਟ ਪ੍ਰੋਜੈਕਟ ਜਿਹੜਾ ਹੈ ਉਹ ਟੋਰਾਂਟੋ ਪੀਲ ਦੀ ਫਾਰਮੇਸੀਜ਼ ਦੇ ਵਿੱਚ ਇਸ ਹਫਤੇ ਸ਼ੁਰੂ ਹੋ ਸਕਦਾ ਹੈ। ਇਸ ਦੇ ਵਿੱਚ ਇਨੀਸ਼ੀਅਲ ਰੋਲ ਆਊਟ ਜਿਹੜਾ ਹੈ ਇਹ ਟੋਰਾਂਟੋ ਪੀਲ ਦੇ ਹੌਟਸਪੌਟਸ ਦੇ ਵਿੱਚ ਕੀਤਾ ਜਾਏਗਾ। 2 ਹਫ਼ਤਿਆਂ ਦੇ ਵਾਸਤੇ ਇਸ ਨੂੰ ਕੀਤਾ ਜਾ ਰਿਹਾ ਹੈ, ਜਿੱਥੇ ਕਿ ਥੋੜੇ ਜਿਹੇ ਰੈਫ੍ਰਿਜਰੇਸ਼ਨ ਦੇ ਅਟੈਂਪਟਸ ਥੋੜੇ ਜ਼ਿਆਦਾ ਕਰਨੇ ਪੈਣਗੇ, ਕਿਉਂਕਿ ਇਹ ਜਿਹੜੀ ਵੈਕਸੀਨ ਹੈਗੀ ਹੈ ਫਾਈਜ਼ਰ ਦੀ ਐਸਟਰਾਜ਼ੇਨੇਕਾ ਤੇ ਫ੍ਰਿਜ ਦੇ ਵਿੱਚ ਰੱਖੀ ਜਾ ਸਕਦੀ ਸੀ, ਪਰ ਫਾਈਜ਼ਰ ਨੂੰ ਜਿਹੜਾ ਹੈ ਕੰਪਲੀਟਲੀ ਫਰੋਜ਼ਨ ਰੱਖਣਾ ਪੈਂਦਾ ਹੈ। ਪਰ 5-6 ਘੰਟਿਆਂ ਤੱਕ ਜਿਹੜੀ ਹੈ ਫ੍ਰਿਜ ਦੇ ਵਿੱਚ ਵੀ ਜਦੋਂ ਇਸ ਨੂੰ ਥਾ ਕੀਤਾ ਜਾਂਦਾ ਉਸ ਤੋਂ ਬਾਅਦ ਰੱਖੀ ਜਾ ਸਕਦੀ ਹੈ। ਇਸ ਕਰਕੇ ਜੇ ਬੁਕਿੰਗਸ ਨੂੰ ਔਰ ਇਨਵੈਂਟਰੀ ਨੂੰ ਪ੍ਰੋਪਰ ਮੈਨੇਜ ਕੀਤਾ ਜਾਏ ਤੇ ਫਿਰ ਫਾਰਮੇਸੀਜ਼ ਤੇ ਵੀ ਇਹ ਲਗਾਏ ਜਾ ਸਕਦੇ ਨੇ। ਇੱਕ ਹੋਰ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰੀਏ ਕਿ ਹੁਣ US ਜਿਹੜਾ ਹੈ ਐਸਟਰਾਜ਼ੇਨੇਕਾ ਦੀ ਜਿਹੜੀ ਵੈਕਸੀਨ ਹੈ ਕੈਨੇਡਾ ਦੇ ਨਾਲ ਔਰ ਬਾਕੀ ਦੁਨੀਆ ਭਰ ਦੇ ਨਾਲ ਸ਼ੇਅਰ ਕਰੇਗਾ, ਔਰ 60 ਮਿਲੀਅਨ ਡੋਜ਼ਸ ਜਿਹੜੀਆਂ ਨੇ ਉਮੀਦ ਹੈ ਕਿ ਉਹ ਆਉਣ ਵਾਲੇ ਮਹੀਨਿਆਂ ਦੇ ਵਿੱਚ ਐਕਸਪੋਰਟ ਕੀਤੀਆਂ ਜਾਣਗੀਆਂ US ਵੱਲੋਂ ਕੈਨੇਡਾ ਨੂੰ। ਔਰ ਤਕਰੀਬਨ 4 ਮਿਲੀਅਨ ਡੋਜ਼ਸ ਜਿਹੜੀਆਂ ਵੈਕਸੀਨ ਦੀਆਂ ਉਹ ਮੈਕਸੀਕੋ ਔਰ ਕੈਨੇਡਾ ਦੇ ਨਾਲ ਜੋ ਬਾਈਡਨ ਦਾ ਕਹਿਣਾ ਹੈ ਕਿ ਉਹ ਸ਼ੇਅਰ ਕਰਨਗੇ। ਤੇ ਐਸਟਰਾਜ਼ੇਨੇਕਾ ਦੀ ਜਿਹੜੀ ਵੈਕਸੀਨ ਹੈ ਉਹ ਵੀ ਹੁਣ ਲਗਾਤਾਰ ਉਸਦੀ ਸਪਲਾਈ ਜਿਹੜੀ ਹੈ ਸਾਨੂੰ ਮਿਲਦੀ ਰਹੇਗੀ। ਹਾਏ ਰੱਬਾ, ਬਿਜਲੀ ਦਾ ਬਿੱਲ ਤਾਂ ਦੇਖੋ, ਤੁਹਾਨੂੰ ਕਿੰਨੀ ਵਾਰੀ ਕਿਹਾ ਤੁਸੀਂ ਇਹਦੇ ਬਾਰੇ ਕੁਝ ਸੋਚਦੇ ਕਿਉਂ ਨਹੀਂ? ਹਾਂਜੀ ਸੋਚ ਲਿਆ, ਬਿਲਕੁਲ ਸੋਚ ਲਿਆ। ਉਹ ਕੀ? ਆ ਵੇਖੋ ਜੀ, ਬ੍ਰੈਂਪਟਨ ਸੋਲਰ ਲਾਈਟ। ਹਾਂਜੀ, ਉਹ ਵੀ 4 LED ਲਾਈਟਾਂ ਸਿਰਫ $69, ਨਾ ਕੋਈ ਵਾਇਰਿੰਗ, ਹੁਣ ਨੋ ਬਿਜਲੀ ਦਾ ਬਿੱਲ। ਤੁਸੀਂ ਤਾਂ ਬੜੇ ਸਮਾਰਟ ਹੋ ਜੀ। ਬ੍ਰੈਂਪਟਨ ਸੋਲਰ ਲਾਈਟਿੰਗ ਨੂੰ ਕਾਲ ਕਰੋ 4166691313 416 669 1313 bramptonsolar.com। ਹੁਣ ਤੁਹਾਡੀ ਵਾਰੀ ਹੈ ਸਮਾਰਟ ਬਣਨ ਦੀ। ਹੁਣ ਤੁਹਾਡੇ ਸੁਪਨਿਆਂ ਦਾ ਘਰ ਖਰੀਦਣਾ ਤੇ ਪ੍ਰਾਪਰਟੀ ਨੂੰ ਵੇਚਣਾ ਹੋਇਆ ਹੋਰ ਵੀ ਸੁਖਾਲਾ, ਕਿਉਂਕਿ ਹੁਣ ਹਰਪ੍ਰੀਤ ਰੱਖਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਣਗੇ ਤੁਹਾਡਾ ਸਾਥ। ਹਰਪ੍ਰੀਤ ਰੱਖਰਾ ਦਿਵਾਉਣਗੇ ਤੁਹਾਡੀ ਪ੍ਰਾਪਰਟੀ ਤੇ ਬੈਸਟ ਅਤੇ ਫਾਇਦੇਮੰਦ ਡੀਲ। ਅੱਜ ਹੀ ਆਪਣਾ ਨਵਾਂ ਘਰ ਪ੍ਰੀ ਕੰਸਟਰਕਸ਼ਨ ਸਾਈਟ ਜਾਂ ਕੰਡੋਜ਼ ਬੁੱਕ ਕਰਾਉਣ ਲਈ ਕਾਲ ਕਰੋ ਹਰਪ੍ਰੀਤ ਰੱਖੜਾ ਨੂੰ 6477205454 ਤੇ 647 720 5454 ਤੇ। At Atlantic Immigration, we have over 15 years of experience assisting clients with their immigration matters. ਭਾਵੇਂ ਵਰਕ ਪਰਮਿਟ, ਸਟੱਡੀ ਪਰਮਿਟ, ਸਪਾਊਸ ਸਪਾਂਸਰਸ਼ਿਪ, ਇਨਵੈਸਟਰ ਕਲਾਸ ਜਾਂ ਰਿਫਿਊਜੀ ਕਲੇਮ, ਤੁਸੀਂ ਸਾਨੂੰ ਮੁਫਤ ਸਲਾਹ ਲਈ ਕੰਟੈਕਟ ਕਰ ਸਕਦੇ ਹੋ at 905-362-0202। ਜੇ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਇਮੀਗ੍ਰੇਸ਼ਨ ਕੇਸ ਰਿਫਿਊਜ਼ ਹੋ ਗਿਆ ਹੈ, ਅਪੀਲ ਕਰਨਾ ਤੁਹਾਡਾ ਹੱਕ ਹੈ। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਫॉर ਫ੍ਰੀ ਕੰਸਲਟੇਸ਼ਨ at 905-362 ਦੁਨੀਆ ਦੇ ਵਿੱਚ ਪੈਦਾ ਹੋਏ ਸੀਗੇ ਔਰ ਉਹਨਾਂ ਦੀ ਇੱਕ ਫਿਲਮ 'ਚ ਤੁਹਾਨੂੰ ਅਸੀਂ ਬੜਾ ਪਿਆਰਾ ਗੀਤ ਸੁਣਾ ਰਹੇ ਹਾਂ। ਕਿਸ਼ੋਰ ਕੁਮਾਰ ਦਾ ਗਾਇਆ ਹੋਇਆ, ਰਿਸ਼ੀ ਕਪੂਰ ਔਰ ਮੌਸਮੀ ਚਟਰਜੀ ਦੇ ਉੱਪਰ ਫਿਲਮਾਇਆ ਹੋਇਆ ਇਹ ਗੀਤ। ਧੰਨਵਾਦ, ਨਮਸਕਾਰ, ਸਤਿ ਸ਼੍ਰੀ ਅਕਾਲ।